ਤੁਹਾਡਾ ਵੀ ਡਾਕਟਰ ਹਰੀਸ਼ ਮਲਹੋਤਰਾ ਅੱਜ ਤੁਹਾਡੇ ਲਈ ਤੁਹਾਡਾ ਹਫ਼ਤਾਵਾਰੀ ਪ੍ਰੋਗਰਾਮ ਸਾਂਝੀਆਂ ਵਿਚਾਰਾਂ ਲੈ ਕੇ ਹਾਜ਼ਰ ਹਾਂ। ਕੁਛ ਨਿੱਜੀ ਕਾਰਨਾਂ ਕਰਕੇ ਮੇਰੇ ਵੀਰ ਧਰਮਚੰਦ ਮੇਹੇ ਹੁਣੀ ਮੇਰੇ ਨਾਲ ਅੱਜ ਨਹੀਂ ਆ ਸਕੇ। ਉਮੀਦ ਕਰਦੇ ਕਿ ਅਗਲੇ ਹਫ਼ਤੇ ਉਹ ਜ਼ਰੂਰ ਆਉਣਗੇ ਅਤੇ ਅਸੀਂ ਦੋਨੇ ਭਰਾ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰਾਂਗੇ। ਜਿਸ ਟੌਪਿਕ ਬਾਰੇ, ਜਿਸ ਮੁੱਦੇ ਬਾਰੇ ਅੱਜ ਮੈਂ ਗੱਲ ਕਰਨੀ ਚਾਹੁੰਦਾ, ਕਿਉਂਕਿ ਇਹ ਹਫ਼ਤਾ ਜਿਹੜਾ ਹੈਗਾ ਵਲੰਟੀਅਰਸ ਨੂੰ ਰੈਕਗਨਾਈਜ਼ ਕਰਨ ਦਾ ਹੈ, ਉਹਨਾਂ ਨੂੰ ਮਾਣ ਸਨਮਾਨ ਦੇਣ ਦੀ ਗੱਲ ਹੈ, ਉਹਨਾਂ ਦਾ ਬਣਦਾ ਮਾਣ ਤਾਣ ਕਰਨ ਦੀ ਗੱਲ ਹੈ। ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਕਿ ਜਿਹੜੇ ਵਲੰਟੀਅਰਸ ਕੰਮ ਕਰਦੇ ਹੈ ਉਹਦਾ ਕੋਈ ਫਾਇਦਾ ਵੀ ਹੈ ਜਾਂ ਉਹਦਾ ਕੋਈ ਨੁਕਸਾਨ ਹੈ? ਕੀ ਤੁਸੀਂ ਵੀ ਕੋਈ ਐਜ਼ ਏ ਵਲੰਟੀਅਰ ਕੰਮ ਕਰਦੇ ਹੋ? ਆਪਾਂ ਆਲੇ ਦੁਆਲੇ ਦੇਖਦੇ ਹਾਂ, ਆਪਣੇ ਸਮਾਜ ਵਿੱਚ ਵੀ ਅਤੇ ਗੋਰਿਆਂ ਦੇ ਸਮਾਜ ਵਿੱਚ ਵੀ ਬਹੁਤ ਸਾਰੇ ਲੋਕ ਆ ਜਿਹੜੇ ਐਜ਼ ਏ ਵਲੰਟੀਅਰ ਕੰਮ ਕਰਦੇ ਆ। ਜਿਹੜੇ ਕੋਈ ਆਪਣੇ ਕੰਮ ਦੇ ਲਈ ਕੋਈ ਪੈਸਾ ਨਹੀਂ ਲੈਂਦੇ, ਆਪਣਾ ਸਮਾਂ ਦਿੰਦੇ ਹੈ, ਆਪਣੀਆਂ ਸਕਿੱਲਸ ਦਿੰਦੇ ਹੈ, ਆਪਣਾ ਗਿਆਨ ਦਿੰਦੇ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਉਹ ਲਰਨ ਵੀ ਕਰਦੇ ਹੈ। ਇੱਕ ਅੰਦਾਜ਼ੇ ਮੁਤਾਬਕ ਇਸ ਮੁਲਕ ਵਿੱਚ ਜਿੱਥੇ ਆਪਾਂ ਰਹਿ ਰਹੇ ਹਾਂ, UK ਵਿੱਚ 22 ਮਿਲੀਅਨ ਲੋਕ ਜਿਹੜੇ ਹੈ ਉਹ ਐਜ਼ ਏ ਵਲੰਟੀਅਰ ਕੰਮ ਕਰਦੇ ਆ। ਅਤੇ ਬਹੁਤ ਸਾਰੇ ਯਾਨੀ ਕਿ ਲੋਕ ਜਿਹੜੇ ਐਜ਼ ਏ ਵਲੰਟੀਅਰ ਕੰਮ ਕਰਦੇ ਆ ਉਹ 60 ਤੋਂ ਉਮਰ ਦੇ ਜ਼ਿਆਦਾ ਯਾਨੀ ਕਿ ਲੋਕ ਜਿਹੜਾ ਹੈਗਾ ਐਜ਼ ਏ ਵਲੰਟੀਅਰ ਕੰਮ ਕਰਦੇ ਆ। ਇਹਦਾ ਮਤਲਬ ਇਹ ਨਹੀਂ ਹੈ ਕਿ ਯੰਗ ਪੀਪਲ ਜਿਹੜੇ ਆ ਉਹ ਐਜ਼ ਏ ਵਲੰਟੀਅਰ ਕੰਮ ਨਹੀਂ ਕਰਦੇ ਹੈ। ਬਹੁਤ ਸਾਰੇ 16 to 19 ਜਿਹੜੇ ਬੱਚੇ ਹੈਗੇ ਆ ਉਹ ਵੀ ਵਲੰਟੀਅਰ ਕੰਮ ਕਰਦੇ ਹੈ, ਜਾਂ ਇਸ ਤੋਂ ਵੱਡੀ ਉਮਰ ਦੇ ਵੀ ਵਲੰਟੀਅਰ ਕੰਮ ਕਰਦੇ ਹੈ। ਅਤੇ ਕੁਛ ਜਿਹੜੇ ਕੋਰਸਿਸ ਹੈ ਉਹਨਾਂ ਵਿੱਚ ਜਦੋਂ ਉਹਨਾਂ ਨੂੰ ਐਡਮਿਸ਼ਨ ਦਵਾਇਆ ਜਾਂਦਾ, ਖਾਸ ਕਰਕੇ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ, ਚਾਹੇ ਉਹ ਐਜ਼ ਏ ਡਾਕਟਰ ਦੀ ਗੱਲ ਹੋਵੇ ਜਾਂ ਯਾਨੀ ਕਿ ਐਜ਼ ਏ ਫਾਰਮਾਸਿਸਟ ਦੀ ਗੱਲ ਹੈਗੀ ਆ, ਯਾਨੀ ਕਿ ਜਾਂ ਹੋਰ ਮੈਡੀਕਲ ਪ੍ਰੋਫੈਸ਼ਨ ਦੇ ਨਾਲ ਜਿਹੜੀਆਂ ਜੋਬਾਂ ਸੰਬੰਧਿਤ ਹੈਗੀਆਂ, ਉਹ ਇਹ ਦੇਖਦੇ ਹੈ ਕਿ ਇਸ ਇਨਸਾਨ ਨੇ ਕੋਈ ਐਜ਼ ਏ ਵਲੰਟੀਅਰ ਕੰਮ ਵੀ ਕੀਤਾ ਹੈ। ਅਤੇ ਉੱਥੇ ਉਹ ਦੇਖਦੇ ਹੈਗੇ ਆ ਵੀ ਕੀ ਇਹਨੇ ਕਿਸੇ ਸ਼ੌਪ 'ਤੇ, ਜਿੱਦਾਂ ਫਾਰ ਐਗਜ਼ਾਮਪਲ ਚਿਲਡਰਨ ਸੁਸਾਇਟੀ ਹੈ, ਉਹਨਾਂ ਦੀਆਂ ਆਪਣੇ ਬਹੁਤ ਸਾਰੀਆਂ ਸ਼ੌਪਾਂ ਹੈਗੀਆਂ, ਕੈਂਸਰ ਰਿਸਰਚ ਵਾਲੀਆਂ ਦੀਆਂ ਬਹੁਤ ਸਾਰੀਆਂ ਸ਼ੌਪਾਂ ਹੈਗੀਆਂ, ਏਜ ਕੰਸਰਨ ਦੀਆਂ ਬਹੁਤ ਸਾਰੀਆਂ ਸ਼ੌਪਾਂ ਹੈਗੀਆਂ, ਰੈੱਡ ਕਰਾਸ ਦੀਆਂ ਸ਼ੌਪਾਂ ਹੈ, ਆਕਸਫੈਮ ਦੀਆਂ ਸ਼ੌਪਾਂ ਹੈ, ਵੀ ਕਿਤੇ ਇਹਨੇ ਐਜ਼ ਏ ਵਲੰਟੀਅਰ ਯਾਨੀ ਕਿ ਜਾਂ ਕੋਈ ਹੋਰ ਐਜ਼ ਏ ਵਲੰਟੀਅਰ ਕੰਮ ਕੀਤਾ ਹੈ। ਤੁਸੀਂ ਐਜ਼ ਏ ਵਲੰਟੀਅਰ ਕਿਸ ਕੰਮ ਵਿੱਚ ਇਨਵੋਲਵ ਹੈਗੇ ਆ? ਤੁਹਾਨੂੰ ਇਹਦੇ ਕੀ ਫਾਇਦੇ ਲੱਗਦੇ ਹੈ ਅਤੇ ਤੁਹਾਨੂੰ ਇਹਦਾ ਕੀ ਨੁਕਸਾਨ ਲੱਗਦਾ, ਜੇ ਕੋਈ ਨੁਕਸਾਨ ਹੈ? ਸਾਡਾ ਟੈਲੀਫੋਨ ਜਿਹੜੀਆਂ ਲਾਈਨਸ ਹੈਗੀਆਂ ਹੁਣ ਤੋਂ ਖੁੱਲ੍ਹੀਆਂ ਹੈਗੀਆਂ। ਨੰਬਰ ਜਿਹੜਾ ਹੈਗਾ ਉਹ 0300 770 2246। ਅਤੇ ਮੈਂ ਅੱਜ ਤੁਹਾਡੇ ਤੋਂ ਵੀ ਸੁਣਨਾ ਚਾਹੁੰਦਾ, ਤੁਸੀਂ ਐਜ਼ ਏ ਵਲੰਟੀਅਰ ਕੀ ਕਰਦੇ ਹੋ? ਤੁਸੀਂ ਐਜ਼ ਏ ਵਲੰਟੀਅਰ ਕਿਹੜੇ ਕੰਮਾਂ ਵਿੱਚ ਹਿੱਸਾ ਪਾਉਂਦੇ ਆ? ਸਾਡੇ ਲੋਕ ਬਹੁਤ ਸਾਰੇ ਧਾਰਮਿਕ ਲੋਕ ਹੈਗੇ ਆ, ਉਹ ਗੁਰਦੁਆਰਿਆਂ, ਮੰਦਰਾਂ, ਮਸੀਤਾਂ ਵਿੱਚ ਅਤੇ ਹੋਰ ਧਾਰਮਿਕ ਸਥਾਨਾਂ ਵਿੱਚ, ਬੁੱਧਿਸਟ ਜਿਹੜੇ ਧਾਰਮਿਕ ਸਥਾਨ ਹੈ ਯਾਨੀ ਕਿ ਜਾਂ ਕ੍ਰਿਸਚਨ ਧਾਰਮਿਕ ਸਥਾਨ ਹੈਗੇ ਆ, ਉੱਥੇ ਐਜ਼ ਏ ਵਲੰਟੀਅਰ ਕੰਮ ਕਰਦੇ ਹੈਗੇ ਆ। ਕੋਈ ਉੱਥੇ ਸੈਕਟਰੀ ਹੈ, ਕੋਈ ਉੱਥੇ ਜਿਹੜਾ ਹੈਗਾ ਪ੍ਰਸ਼ਾਦੇ ਵੰਡਣ ਦਾ ਕੰਮ ਕਰਦਾ ਹੈਗਾ, ਲੰਗਰ ਬਣਾਉਣ ਦਾ ਕੰਮ ਕਰਦਾ ਹੈਗਾ। ਇਸ ਤੋਂ ਬਿਨਾਂ ਤੁਸੀਂ ਹੋਰ ਕੀ ਕੰਮ ਕਰਦੇ ਹੈਗੇ? ਕੀ ਤੁਸੀਂ ਕਦੀ ਜਿਹੜੀ ਆ ਹੋਰ ਵੀ ਕੋਈ ਐਕਟੀਵਿਟੀ ਕੀਤੀ ਹੈ ਜਿਹੜੀ ਕਿ ਸਮਾਜ ਨਾਲ ਕੰਸਰਨਡ ਹੋਵੇ? ਫਾਰ ਐਗਜ਼ਾਮਪਲ ਇਸ ਬਾਈਡਰ ਸਮਾਜ ਦੀ ਮੈਂ ਗੱਲ ਕਰ ਰਿਹਾ, ਜਿਸ ਤਰ੍ਹਾਂ ਲਿਟਰ ਪਿਕਿੰਗ ਦੀ ਹੈ। ਤੁਹਾਨੂੰ ਮੈਂ ਵੀ ਆਪਣੇ ਬਾਰੇ ਦੱਸੂੰਗਾ ਵੀ ਮੈਂ ਕਿਹੜੇ ਕੰਮ ਕਰਦਾ ਹੈਗਾ ਜਿਹੜੇ ਐਜ਼ ਏ ਵਲੰਟੀਅਰ ਕੰਮ ਕਰਦਾ, ਜਿਹਦੇ ਵਿੱਚ ਮੈਨੂੰ ਕੋਈ ਪੈਸਾ ਨਹੀਂ ਮਿਲਦਾ ਹੈਗਾ, ਜਿਹਦੇ ਵਿੱਚ ਮੈਂ ਆਪਣੇ ਸਕਿੱਲਸ ਦੇ ਰਿਹਾ ਹੈਗਾ, ਜਿਹਦੇ ਵਿੱਚ ਮੈਂ ਆਪਣਾ ਸਮਾਂ ਦੇ ਰਿਹਾ ਹੈਗਾ। ਤੁਸੀਂ ਇਸ ਕੰਮ ਵਿੱਚ ਕਿੱਦਾਂ ਹਿੱਸਾ ਪਾ ਸਕਦੇ ਆ? ਅਤੇ ਇਹ ਯਾਨੀ ਕਿਹੜਾ ਹਫ਼ਤਾ ਹੈਗਾ, ਕਿਉਂਕਿ ਇਸ ਮੁਲਕ ਦੇ ਵਿੱਚ ਬਹੁਤ ਸਾਰੇ ਜਿਹੜੇ ਹਫ਼ਤੇ ਹੈਗੇ ਉਹ ਮਨਾਏ ਜਾਂਦੇ ਹੈਗੇ। ਡਾਇਬਟੀਜ਼ ਵੀਕ ਮਨਾਇਆ ਜਾਂਦਾ ਹੈਗਾ, ਯਾਨੀ ਕਿ ਜਾਂ ਜਿਹੜਾ ਹੈਗਾ ਹੋਰ ਕਿਸੇ ਬਿਮਾਰੀ ਬਾਰੇ ਇਹਨਾਂ ਨੇ ਜਦੋਂ ਕੋਈ ਅਵੇਅਰਨੈਸ ਦੇਣੀ ਹੋਵੇ, ਮੈਂਟਲ ਹੈਲਥ ਵੀਕ ਯਾਨੀ ਕਿਹੜਾ ਮਨਾਇਆ ਜਾਂਦਾ ਹੈਗਾ। ਇੱਦਾਂ ਹੀ ਜਿਹੜਾ ਹੈਗਾ ਇਹਨਾਂ ਨੇ ਵਲੰਟੀਅਰ ਵੀਕ ਜਿਹੜਾ ਹੈਗਾ ਉਹ ਐਤਕੀ ਮਨਾਉਣ ਦਾ ਜਿਹੜਾ ਬੀੜਾ ਚੱਕਿਆ ਹੈਗਾ, ਤਾਂ ਕਿ ਵਲੰਟੀਅਰ ਜਿਹੜੇ ਹੈਗੇ ਲੋਕ ਉਹਨਾਂ ਨੂੰ ਰੈਕਗਨਾਈਜ਼ ਕੀਤਾ ਜਾ ਸਕੇ, ਉਹਨਾਂ ਦਾ ਮਾਣ ਤਾਣ ਕੀਤਾ ਜਾ ਸਕੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਜੈ ਗੁਰਦੇਵ ਜੀ। ਡਾਕਟਰ ਸਾਹਿਬ, ਵੱਡਾ ਸਾਹਿਬ, ਪਹਿਲਾਂ ਤਾਂ ਤੁਹਾਨੂੰ ਬਹੁਤ ਸਾਰੀਆਂ ਵਧਾਈਆਂ, ਕਿਉਂਕਿ ਤੁਹਾਡੇ ਮਿਸਿਸ ਜਿਹੜੇ ਹੈਗੇ ਆ ਮੇਅਰ ਬਣੇ ਹੈਗੇ ਈਲਿੰਗ ਦੇ, ਜਿਹੜੀ ਕਿ ਤੁਹਾਡੀ ਵੀ ਆਪਣੀ ਖਾਸ ਸੀਗੀ। ਤੁਹਾਨੂੰ ਬਹੁਤ ਦੋਨਾਂ ਨੂੰ ਬਹੁਤ ਵੱਡੀਆਂ ਵਧਾਈਆਂ ਸਾਡੇ ਸਾਰੇ। ਧੰਨਵਾਦ। ਮੈਂ ਇਸੇ ਕਰਕੇ ਟੈਲੀਫੋਨ ਕੀਤਾ ਸੀ ਕਿ ਮਹੇਸ਼ ਸਾਹਿਬ ਦਾ ਟੈਲੀਫੋਨ ਵਾਇਸ ਨੇ ਦੱਸਿਆ ਸੀ। ਹਾਂਜੀ। ਤੇ ਤੁਹਾਡੇ ਦੋਨਾਂ ਵੱਲੋਂ ਤੁਸੀਂ ਵਧਾਈ ਦਿੱਤੀ ਸੀ। ਮੈਂ ਤੁਹਾਡਾ ਧੰਨਵਾਦ ਕਰਨ ਵਾਸਤੇ ਟੈਲੀਫੋਨ ਕੀਤਾ। ਹਾਂਜੀ। ਕਿ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੂੰ ਯਾਦ ਕੀਤਾ ਤੇ ਉਹਨਾਂ ਨੂੰ ਵਧਾਈ ਦਿੱਤੀ। ਮੈਂ ਧੰਨਵਾਦੀ ਹਾਂ ਤੁਹਾਡਾ ਬਹੁਤ।
ਤੇ ਮੈਂ ਬਾਕੀ ਤੁਹਾਡੇ ਟੌਪਿਕ ਤੇ ਨਹੀਂ ਗੱਲ ਕਰਨੀ ਕਿਉਂਕਿ ਮੈਂ ਕਿਤੇ ਜਾਣਾ ਸੀ। ਅੱਛਾ, ਇਸ ਕਰਕੇ ਮੈਂ ਪਹਿਲਾਂ ਹੀ ਕਿਹਾ ਵੀ ਮੈਂ ਕਮ ਸੇ ਕਮ ਇਹ ਤੁਹਾਡਾ ਧੰਨਵਾਦ ਕਰਦੇ ਹਾਂ। ਨਹੀਂ ਨਹੀਂ, ਬਹੁਤ ਬਹੁਤ ਮਿਹਰਬਾਨੀ। ਸਾਨੂੰ ਬੜਾ ਮਾਣ ਹੈ ਕਿ ਸਾਡੇ ਜਿਹੜੀਆਂ ਖਾਸ ਕਰਕੇ ਏਸ਼ੀਅਨ ਔਰਤਾਂ ਵਿੱਚ ਉਹਨਾਂ ਨੇ ਪਹਿਲਾ ਨੰਬਰ ਮਾਰ ਲਿਆ ਹੈਗਾ ਤੇ ਉਹਨਾਂ ਨੇ ਇਹ ਜਿਹੜੀ ਬਹੁਤ ਵੱਡੀ ਪੋਜੀਸ਼ਨ ਹੈਗੀ ਹੈ, ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ ਤੇ ਹੋਪਫੁਲੀ ਉਹਨਾਂ ਦੀ ਕਾਬਲੀਅਤ ਕਰਕੇ ਉਹਨਾਂ ਨੂੰ ਇਹ ਪੋਜੀਸ਼ਨ ਦਿੱਤੀ ਗਈ ਹੈ ਤੇ ਮੈਂ ਸਮਝ ਰਿਹਾ ਵੀ ਉਹ ਬਹੁਤ ਹੀ ਵਧੀਆ ਕੰਮ ਕਰਨਗੇ ਜਿਹਦੇ ਤੇ ਸਾਨੂੰ ਬਹੁਤ ਵੱਡਾ ਮਾਣ ਹੋਊਗਾ। ਤੁਹਾਨੂੰ ਪਤਾ ਕਿ ਮੈਂ ਤਾਂ ਹਮੇਸ਼ਾ ਜਿਹੜੀ ਲੇਡੀਜ਼ ਦੀ ਬਹਿਬੂਦੀ ਵਾਸਤੇ ਗੱਲ ਕਰਦਾ। ਬਿਲਕੁਲ ਬਿਲकुल ਬਿਲकुल। ਔਰ ਮੈਂ ਚਾਹੁੰਦਾ ਕਿ ਜਿਹੜੇ ਯੰਗ ਲੇਡੀਜ਼ ਹੈਗੇ ਸਕੂਲਾਂ ਕਾਲਜਾਂ ਯੂਨੀਵਰਸਿਟੀ ਹੈਗੇ ਇਸ ਵੇਲੇ ਜਿਹੜੇ ਸੁਣ ਰਹੇ ਆ, ਉਹਨਾਂ ਨੂੰ ਹਿੰਮਤ ਨਾਲ ਅੱਗੇ ਵਧਣਾ ਚਾਹੀਦਾ। ਹਾਂਜੀ। ਔਰ ਆਪਣੀ ਸੋਸਾਇਟੀ ਥਾਂ ਬਣਾਉਣੀ ਚਾਹੀਦੀ ਹੈ। ਠੀਕ ਹੈ ਜੀ, ਠੀਕ ਹੈ। ਤਾਂ ਕਿ ਹਰ ਇੱਕ ਦਾ ਉਹਨਾਂ ਦਾ ਆਪਣਾ ਮਾਣ ਵਧੇ, ਉਹਨਾਂ ਦੀ ਫੈਮਿਲੀ ਦਾ ਮਾਣ ਵਧੇ, ਉਹਨਾਂ ਦੀ ਕਮਿਊਨਿਟੀ ਦਾ ਮਾਣ ਵਧੇ, ਉਹਨਾਂ ਦੇ ਦੇਸ਼ ਦਾ ਮਾਣ ਵਧੇ। ਤੇ ਇਹ ਬਹੁਤ ਵੱਡੀ ਇੱਕ ਅਚੀਵਮੈਂਟ ਹੁੰਦੀ ਆ, ਹਰ ਇੱਕ ਬੰਦੇ ਨੂੰ ਕਰਨੀ ਚਾਹੀਦੀ ਆ ਤਾਂ ਕਿ ਸਮਾਜ ਅੱਗੇ ਵੱਧ ਸਕੇ। ਹਾਂਜੀ, ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਇਸ ਮੈਟਰ ਆਫ ਪ੍ਰਾਈਡ ਇਹ ਤਾਂ ਸੀ ਜੀ ਹਰਬੰਸ ਲਾਲ ਮਿੱਡਾ ਹੋਣੀ ਜਿਨ੍ਹਾਂ ਨੇ ਲੰਡਨ ਤੋਂ ਟੈਲੀਫੋਨ ਕੀਤਾ ਤੇ ਇਹਨਾਂ ਦੇ ਮੈਸੇਜ ਜਿਹੜੇ ਹੈਗੇ ਆ ਉਹ ਈਲਿੰਗ ਕੌਂਸਲ ਦੇ ਮੇਅਰ ਚੁਣ ਹੋਏ ਹੈਗੇ ਆ ਇਸ ਸਾਲ। ਸਾਨੂੰ ਬਹੁਤ ਮਾਣ ਵਾਲੀ ਗੱਲ ਇਹ ਹੈਗੀ ਹੈ ਸਾਨੂੰ ਸਾਰਿਆਂ ਦੇ ਲਈ ਤੇ ਇੱਕ ਵਾਰੀ ਫੇਰ ਮੇਰੇ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਤੇ ਕਾਂਸ਼ੀ ਟੈਲੀਵਿਜ਼ਨ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਤੇ ਨਾਲ ਦੀ ਨਾਲ ਜਿਹੜੀ ਸਾਡੀ ਤੁਸੀਂ ਜਾਣਦੇ ਹੈਗੇ ਕਾਂਸ਼ੀ ਟੈਲੀਵਿਜ਼ਨ ਦੀ ਅਪੀਲ ਵੀ ਚੱਲ ਰਹੀ ਹੈਗੀ ਆ ਤੇ ਅਸੀਂ ਤੁਹਾਡੇ ਤੋਂ ਗੁਜ਼ਾਰਿਸ਼ ਕਰਦੇ ਹਾਂ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ, ਨਮਸਕਾਰ। ਹਾਂਜੀ ਨਮਸਕਾਰ। ਸੁਮਨ ਸਾਹਿਬ ਕੀ ਕਹਿਣਾ ਚਾਹੋਗੇ? ਥੈਂਕ ਯੂ ਸਰ। ਪਹਿਲਾਂ ਤਾਂ ਮੈਂ ਕਹਾਂਗਾ ਵੀ ਤੁਸੀਂ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ ਜੋ ਲਾਸਟ ਟਾਈਮ ਕੀਤਾ ਹੈਗਾ ਏਡਸ ਤੇ। ਹਾਂਜੀ, ਬਹੁਤ ਹੀ ਇੰਟਰਸਟਿੰਗ ਸੀਗਾ, ਬਹੁਤ ਹੀ ਇਨਫੋਰਮੇਟਿਵ ਸੀਗਾ। ਥੈਂਕ ਯੂ ਜੀ, ਥੈਂਕ ਯੂ। ਔਰ ਤੁਸੀਂ ਬਹੁਤ ਡੀਪਲੀ ਸਟੱਡੀ ਕਰਕੇ ਤੁਸੀਂ ਉਸ ਹਰ ਸਬਜੈਕਟ ਨੂੰ ਤੁਸੀਂ ਸਟੱਡੀ ਕਰਕੇ ਲਿਆਉਂਦੇ ਹੋ। ਬਹੁਤ ਮਿਹਰਬਾਨੀ ਮੇਰੇ ਵੀਰ। ਔਰ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਥੈਂਕ ਯੂ ਜੀ, ਥੈਂਕ ਯੂ। ਐਂਡ ਵੀ ਲਰਨ ਲੋਟ ਫਰਮ ਦੈਟ। ਔਰ ਮੈਂ ਦੁਬਾਰਾ ਨਾ ਬਾਕੀ ਦਫਾ ਮੈਂ ਲਾਈਵ ਨਹੀਂ ਸੁਣ ਸਕਦਾ। ਫੈਮਿਲੀ ਬੱਚੇ ਘਰ ਬੱਚੇ ਨਹੀਂ ਕੋਈ ਨਹੀਂ, ਸੱਚੀ ਗੱਲ ਦੱਸਾਂ ਤਾਂ ਪਰ ਮੈਂ ਜ਼ਿਆਦਾ ਬਾਅਦ ਵਿੱਚ ਸੁਣਦਾ ਤਾਂ ਰੀਲੀ ਇੰਜੋਏ ਇਟ ਥੈਂਕ ਯੂ, ਥੈਂਕ ਯੂ। ਮੈਨੂੰ ਆਪਣੇ ਆਪ ਤੇ ਵੀ ਜੋ ਮੈਂ ਕਿਹਾ ਹੈਗਾ ਉਹ ਵੀ ਮੈਨੂੰ ਰਿਫਲੈਕਟ ਹੋਣ ਦਾ ਮੈਨੂੰ ਚਾਂਸ ਮਿਲਦਾ। ਜਿੱਥੇ ਮੈਂ ਕੋਈ ਗਲਤ ਗਿਆ ਤਾਂ ਮੈਨੂੰ ਆਪਣੇ ਆਪ ਨੂੰ ਕਰੈਕਟ ਕਰਨ ਦਾ ਚਾਂਸ ਮਿਲਦਾ। ਸੁਮਨ ਸਾਹਿਬ ਯੂ ਆਰ ਵਨ ਆਫ ਮਾਈ ਟੌਪ ਕੰਟਰੀਬਿਊਟਰਸ ਐਂਡ ਆਈ ਐਮ ਵੈਰੀ ਪ੍ਰਾਊਡ ਆਫ ਦੈਟ ਪਰਸਨ, ਵੈਰੀ ਇਗਨੋਰੈਂਟ ਪਰਸਨ। ਅੱਛਾ ਡਾਕਟਰ ਸਾਹਿਬ, ਮਿਸਟਰ ਚੌਹਾਨ ਸਾਹਿਬ ਬੜੇ ਐਲੈਬੋਰੇਟਲੀ ਗੱਲ ਕਰਕੇ ਜਾਂਦੇ ਨੇ ਜਦ ਵੀ ਆਉਂਦੇ ਨੇ। ਨਹੀਂ ਮਿੱਡਾ ਸਾਹਿਬ ਸੀ ਉਹ। ਅੱਛਾ ਕੀ ਨਾਮ ਹਰਬੰਸ ਲਾਲ ਮਿੱਡਾ ਸਾਹਿਬ ਨੂੰ ਕੰਗ੍ਰੈਚੁਲੇਸ਼ਨਸ ਕਰਨਾ ਹੈਗਾ। ਹਾਂ ਹਾਂ, ਹਾਂਜੀ ਹਾਂਜੀ ਹਾਂਜੀ। ਉਹਨਾਂ ਦੀ ਮਿਸਿਸ ਮੇਅਰ ਬਣੀ ਆ। ਹਾਂਜੀ, ਉਹਦੇ ਬਾਰੇ ਸੀ ਉਹਨਾਂ ਨੇ ਟੈਲੀਫੋਨ ਕੀਤਾ। ਉਹਨਾਂ ਨੂੰ ਮੈਂ ਮਤਲਬ ਬਹੁਤ ਸਾਰੀਆਂ, ਮੈਂ ਉਹਨਾਂ ਦੇ ਘਰ ਵੀ ਟੈਲੀਫੋਨ ਕੀਤਾ ਸੀਗਾ। ਹਾਂਜੀ ਹਾਂਜੀ। ਤਾਂ ਪਰ ਉਹਨਾਂ ਦੀ ਲੜਕੀ ਸੀ ਜਾਂ ਡਾਕਟਰ ਨਾਲ ਸੀ, ਮੈਂ ਪੁੱਛਿਆ ਨਹੀਂਗਾ। ਤਾਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਟੈਲੀਫੋਨ ਕੀਤਾ। ਮੈਨੂੰ ਕਦੀ ਕਦੀ ਘਰ 'ਚ ਟੈਲੀਫੋਨ ਕਰਦੇ ਰਹਿੰਦੇ ਆ। ਠੀਕ ਹੈ ਜੀ, ਥੈਂਕ ਯੂ। ਤਾਂ ਬੜੇ ਪਿਆਰੇ ਦੋਸਤ ਹੈ ਔਰ ਬਹੁਤ ਹੀ ਬੀਬੀ ਇਨਸਾਨ ਹੈ ਔਰ ਬਹੁਤ ਹੀ ਐਜੂਕੇਟਡ ਇਨਸਾਨ ਹੈ। ਬਿਲਕੁਲ ਬਿਲਕੁਲ। ਤਾਂ ਉਹਨਾਂ ਦੀ ਵਾਈਫ ਦੀ ਜਿਹੜੀ ਡਾਕਟਰ ਸਾਹਿਬ ਬਹੁਤ ਵੱਡੀ ਸਟਰਗਲ ਹੈ। ਹਾਂਜੀ, ਬਹੁਤ ਵੱਡੀ ਸਟਰਗਲ ਹੈ। ਤੇ ਦੂਜੀ ਗੱਲ ਹੈ ਡਾਕਟਰ ਸਾਹਿਬ, ਤੁਹਾਨੂੰ ਪਤਾ ਕਿ ਸਾਊਥ ਹਾਲ ਦੇ ਵਿੱਚ ਬਹੁਤ ਦੀਗਤ ਕਿਸਮ ਦੇ ਲੋਕ ਰਹਿੰਦੇ ਆ। ਮੈਨੂੰ ਪਤਾ। ਉਹਨਾਂ ਕੋਲ ਪੈਸਾ ਤੇ ਨੌਲੇਜ ਤੇ ਪੜ੍ਹੇ ਲਿਖੇ ਲੋਕਾਂ ਦੀ ਉੱਥੇ ਕੋਈ ਕਮੀ ਨਹੀਂ ਹੈਗੀ। ਬਿਲਕੁਲ ਬਿਲਕੁਲ। ਉਹਨਾਂ ਦੇ ਵਿੱਚੋਂ ਇੱਕ ਸਾਡੀ ਸਾਡੇ ਸਮਾਜ ਦੇ ਵਿੱਚੋਂ ਇੱਕ ਲੜਕੀ ਨੇ ਸ਼ਾਈਨ ਕਰਨਾ ਔਰ ਮੇਅਰ ਬਣਨਾ ਕੋਈ ਮਾਮੂਲੀ ਗੱਲ ਨਹੀਂ ਹੈਗੀ। ਐਬਸੋਲੂਟਲੀ ਐਬਸੋਲੂਟਲੀ ਬਹੁਤ ਵੱਡੀ ਸਟਰਗਲ ਹੈ। ਐਂਡ ਆਈ ਕੰਗ੍ਰੈਚੁਲੇਟ ਮਿਸਟਰ ਮਿੱਡਾ ਐਂਡ ਹਿਸ ਵਾਈਫ ਐਂਡ ਮੇਡ ਅਸ ਵੈਰੀ ਪ੍ਰਾਊਡ। ਹਾਂਜੀ ਹਾਂਜੀ ਹਾਂਜੀ। ਅੱਛਾ, ਦੂਸਰੀ ਗੱਲ ਕਰਨਾ ਡਾਕਟਰ ਸਾਹਿਬ ਅੱਜ ਦੇ ਸਬਜੈਕਟ ਤੇ। ਹਾਂ ਹਾਂ। ਤੇ ਡਾਕਟਰ ਸਾਹਿਬ ਤੁਸੀਂ ਇੱਕ ਗੱਲ ਕਰਦਿਆਂ ਵੀ ਕਿਹਾ ਹੈਗਾ ਪ੍ਰੋਬਲਮ ਚ, ਜਿਹੜਾ ਅਪੀਲ ਕਰਦਿਆਂ ਕਿਹਾ ਹੈਗਾ ਵੀ ਜਿਹੜਾ ਇਹ ਟੈਲੀਵਿਜ਼ਨ ਵੀ ਆ ਇਹ ਵਲੰਟਰੀ ਵਰਕ ਨਾਲ ਚੱਲ ਰਿਹਾ ਹੈ। ਐਬਸੋਲੂਟਲੀ। ਅਸੀਂ ਕੋਈ ਪੈਸਾ ਨਹੀਂ ਲੈਂਦੇ ਨਾ, ਮੈਨੂੰ ਪਤਾ ਹੈਗਾ। ਪੈਸਾ ਕਿਉਂਕਿ ਟੈਲੀਵਿਜ਼ਨ ਤਾਂ ਵਿਚਾਰਾ ਅਫੋਰਡ ਨਹੀਂ ਕਰ ਸਕਦਾ। ਐਡੀ ਬਹੁਤ ਵੱਡੀਆਂ ਮਤਲਬ ਐਡਵਰਟਾਈਜ਼ਮੈਂਟ ਨਹੀਂ ਆ ਰਹੀਆਂ ਹੈਗੀਆਂ ਤੇ ਬਹੁਤ ਮੁਸ਼ਕਿਲ ਹੈ ਐਡੀ ਵੱਡੇ ਟੈਲੀਵਿਜ਼ਨ ਨੂੰ ਚਲਾਉਣਾ ਹੈਗਾ। ਅਗਰ ਤੁਹਾਨੂੰ ਪੇ ਕਰਨਾ ਪਏ ਤਾਂ ਇਹ ਸਰਵਾਈਵ ਹੀ ਨਹੀਂ ਕਰ ਸਕਦਾ। ਹਾਂਜੀ ਹਾਂਜੀ। ਔਰ ਜੇ ਇਹ ਚੱਲ ਰਿਹਾ ਹੈਗਾ ਤੁਹਾਡੀ ਸਰਵਿਸ ਨਾਲ, ਥੈਂਕ ਯੂ ਜੀ, ਥੈਂਕ ਯੂ। ਔਰ ਖਾਸ ਕਰ ਜਿਹੜੇ ਤੁਸੀਂ 2000 ਤੁਸੀਂ ਆਦਮੀ ਹੋ, ਤੁਸੀਂ ਹੋਏ ਮਿਸਟਰ ਆਪਣੇ ਕਿ ਨਾਮ ਇਹ ਸਾਹਿਬ ਹੋਏ, ਦੇਸ਼ ਪ੍ਰਦੇਸ਼ ਹੋਏ, ਕੁਝ ਟੌਪਿਕਸ ਐਸੇ ਅੱਛੇ ਨੇ ਕਿ ਰੀਅਲੀ ਵੈਰੀ ਗੁੱਡ। ਡਾਕਟਰ ਸਾਹਿਬ ਆਉਂਦੇ ਨੇ ਔਰ ਉਹ ਵੀ ਤੁਹਾਨੂੰ ਬਹੁਤ ਐਪਰੀਸ਼ੀਏਟ ਕਰਦੇ ਨੇ। ਬਹੁਤ ਨਿਊਟਰਲ ਕਿਸਮ ਦੇ ਸਬਜੈਕਟ ਹੁੰਦੇ ਆ ਜਿਹੜੇ ਕਿ ਤੁਸੀਂ ਓਪਨਲੀ ਗੱਲ ਕਰ ਸਕਦੇ ਹਾਂ। ਠੀਕ ਹੈ ਜੀ, ਠੀਕ ਹੈ। ਅੱਛਾ ਡਾਕਟਰ ਸਾਹਿਬ, ਬਾਕੀ ਵਲੰਟਰੀ ਵਰਕ ਤੇ ਮੈਂ ਕਹਾਂਗਾ ਡਾਕਟਰ ਸਾਹਿਬ, ਤੁਹਾਨੂੰ ਪਤਾ ਕਿ ਕੋਈ ਸੰਸਥਾ ਕਿਉਂ ਨਾ ਹੋਵੇ, ਕੋਈ ਮੁਲਕ ਕਿਉਂ ਨਾ ਹੋਵੇ, ਕੋਈ ਭਾਈਚਾਰਾ ਕਿਉਂ ਨਾ ਹੋਵੇ, ਉਹ ਵਲੰਟਰੀ ਵਰਕ ਤੋਂ ਬਗੈਰ ਚੱਲ ਨਹੀਂ ਸਕਦਾ। ਬਿਲਕੁਲ ਬਿਲਕੁਲ। ਤੁਸੀਂ ਇਸ ਮੌਕੇ ਦੇਖ ਲਓ ਵੀ ਮੇਰਾ ਖਿਆਲ ਹੈ ਮੈਂ ਕਹਿ ਸਕਦਾ ਕਿ 60% ਜਿਹੜਾ ਵਰਕ ਹੈ ਉਹ ਵਲੰਟਰੀ ਵਰਕ ਤੇ ਕੀਤਾ ਜਾਂਦਾ। ਹਸਪੀਟਲ ਹੋਏ,
ਹੋਰ ਕਲੀਨਿੰਗ ਹੋਏ, ਸਕੂਲਾਂ ਦੇ ਵਿੱਚ ਬੱਚਿਆਂ ਦੀ ਮਤਲਬ ਬੱਚਿਆਂ ਨੂੰ ਫੀਡ ਕਰਨਾ, ਹੋਰ there are lot of things people are contributing toward and they are great people. ਹਾਂਜੀ ਹਾਂਜੀ। ਮੇਰੇ ਇੱਕ ਦੋ ਦੋਸਤ ਹੈ ਡਾਕਟਰ ਸਾਹਿਬ, ਇੱਕ ਮੇਰਾ ਦੋਸਤ ਹੈ ਮਿਸਟਰ ਅਬਦੁਲ ਰਜ਼ਾਕ, ਉਹ ਰਿਟਾਇਰ ਹੋ ਚੁੱਕਾ ਟੀਚਰ ਸੀਗਾ। ਉਹ ਇੱਕ ਹਸਪੀਟਲ ਦੇ ਜਾ ਕੇ, ਬੱਚਿਆਂ ਦਾ ਹਸਪੀਟਲ ਹੈ, ਉੱਥੇ ਜਾ ਕੇ 4 ਘੰਟੇ ਰੋਜ਼ ਕੰਮ ਕਰਦਾ 5 ਦਿਨ। ਇਦਾਂ ਹੈ ਜੀ, ਇਦਾਂ ਹੈ, ਇੰਨੀ ਵੱਡੀ ਸਰਵਿਸ ਆ। ਔਰ ਮੈਂ ਉਹਨਾਂ ਲੋਕਾਂ ਨੂੰ ਬਹੁਤ ਐਡਮਾਇਰ ਕਰਦਾ ਜਿਹੜੇ ਆਪਣਾ ਟਾਈਮ ਕੱਢ ਕੇ ਉਸ ਟਾਈਮ ਨੂੰ ਵੇਸਟ ਨਹੀਂ ਕਰਦੇ, ਉਹ ਇੱਕ ਸਮਾਜ ਨੂੰ, ਇੱਕ ਭਾਈਚਾਰੇ ਨੂੰ, ਕਿਸੇ ਦੀ ਸੇਵਾ ਕਰਨ ਵਾਸਤੇ ਲਾਉਂਦੇ ਆ। ਮੈਂ ਕਹਿੰਦਾ ਡਾਕਟਰ ਸਾਹਿਬ ਇਦਾਂ ਦੇ ਵਧੀਆ ਲੋਕ ਤੁਹਾਨੂੰ ਬਹੁਤ ਘੱਟ ਮਿਲਦੇ ਆ, ਔਰ ਉਹਨਾਂ ਨੂੰ ਮੈਂ ਸਲੂਟ ਕਰਦਾ। ਬਿਲਕੁਲ ਸਾਹਿਬ ਤੱਕ ਸਰ, ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ। ਓਕੇ ਸਰ, ਓਕੇ ਜੀ, ਬਹੁਤ ਬਹੁਤ ਮਿਹਰਬਾਨੀ। ਇਹ ਤਾਂ ਸੀ ਜੀ ਮੇਰੇ ਵੀਰ ਹਰਭਜਨ ਸੁਮਨ ਹੋਣੀ, ਜਿਨ੍ਹਾਂ ਨੇ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਸਾਨੂੰ ਸਾਂਝੇ ਕੀਤੇ। ਤੁਸੀਂ ਵੀ ਸਾਨੂੰ ਟੈਲੀਫੋਨ ਕਾਲ ਕਰ ਸਕਦੇ ਆ। ਨੰਬਰ ਜਿਹੜਾ ਹੈਗਾ ਸਕਰੀਨ ਦੇ ਥੱਲੇ ਵੀ ਆ ਰਿਹਾ ਹੈਗਾ 0300 770 2246। ਗੱਲ ਆਪਾਂ ਅੱਜ ਵਲੰਟੀਅਰ ਦੀ ਵੀ ਕਰ ਰਹੇ ਹਾਂ, ਅਤੇ ਨਾਲ ਦੀ ਨਾਲ ਹੀ ਸਾਡੀ ਜਿਹੜੀ ਕਾਂਛੀ ਟੈਲੀਵਿਜ਼ਨ ਦੀ ਅਪੀਲ ਵੀ ਚੱਲ ਰਹੀ ਹੈ। ਸਾਨੂੰ ਤੁਹਾਡੇ ਜਿਹੜੀ ਫਾਈਨੈਂਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ, ਸਾਨੂੰ ਤੁਹਾਡੇ ਪੈਸੇ ਦੀ ਲੋੜ ਹੈ ਤਾਂ ਕਿ ਆਪਾਂ ਇਸ ਟੈਲੀਵਿਜ਼ਨ ਨੂੰ ਚੱਲਦਾ ਰੱਖ ਸਕੀਏ। ਤੁਹਾਡੀ ਮਦਦ ਤੋਂ ਬਿਨਾਂ ਟੈਲੀਵਿਜ਼ਨ ਚੱਲ ਨਹੀਂ ਸਕਦਾ, ਅਤੇ ਅਸੀਂ ਕੋਈ ਵੀ ਪ੍ਰੋਗਰਾਮ ਜਿਹੜਾ ਹੈਗਾ ਨਹੀਂ ਦੇ ਸਕਦੇ। ਤੁਹਾਡੀ ਆਵਾਜ਼, ਸਾਡੀ ਆਵਾਜ਼ ਜਿਹੜੀ ਹੈਗੀ ਆ ਉਹ ਤੁਹਾਡੇ ਤੱਕ, ਸਾਡੇ ਤੱਕ ਅਤੇ ਸਮਾਜ ਤੱਕ ਨਹੀਂ ਪਹੁੰਚ ਸਕਦੀ, ਅਤੇ ਨਾ ਹੀ ਜਿਹੜੀਆਂ ਹੈਗੀਆਂ ਲੋਕਲ ਸਰਕਾਰਾਂ ਤੱਕ, ਅਤੇ ਨਾ ਹੀ ਨੈਸ਼ਨਲ ਸਰਕਾਰਾਂ ਤੱਕ, ਅਤੇ ਨਾ ਹੀ ਇੰਟਰਨੈਸ਼ਨਲ ਸਰਕਾਰਾਂ ਤੱਕ ਸਾਡੀ ਗੱਲ ਉਹ ਪਹੁੰਚ ਸਕਦੀ ਹੈ। ਮੈਂ ਸਮਝਦਾ ਵੀ ਇਹ ਆਦਾਨ ਪ੍ਰਦਾਨ ਕਰਨ ਦਾ ਸਾਡੇ ਕੋਲ ਇੱਕ ਪਲੈਟਫਾਰਮ ਹੈ ਜਿਹਨੂੰ ਅਸੀਂ ਗਵਾਉਣਾ ਨਹੀਂ ਚਾਹੁੰਦੇ। ਇਸ ਕਰਕੇ ਜਿੰਨੀ ਵੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਆ, ਚਾਹੇ 5 ਪਾਉਂਡ ਹੈ, 10 ਪਾਉਂਡ ਹੈ, 15, 20, 25, 30, ਜਿੰਨੇ ਵੀ ਤੁਸੀਂ ਕਰ ਸਕਦੇ ਜੇ ਡਾਇਰੈਕਟ ਜਾਨ ਕਿ ਲਵਾ ਸਕੋ ਤਾਂ ਫਿਰ ਉਸ ਤੋਂ ਵੀ ਜ਼ਿਆਦਾ ਚੰਗਾ ਹੈਗਾ। ਸੋ ਮੈਂ ਨਾਲ ਦੀ ਨਾਲ ਜਿਹੜੀ ਹੈਗੀ ਆ ਅਪੀਲ ਵੀ ਕਰਦੇ ਰਹਿਣਾ, ਅਤੇ ਨਾਲ ਹੀ ਮੈਂ ਤੁਹਾਡੇ ਟੈਲੀਫੋਨ ਕਾਲਸ ਦੀ ਵੀ ਵੇਟ ਕਰ ਰਿਹਾ ਤਾਂ ਕਿ ਆਪਾਂ ਇਸ ਵਲੰਟੀਅਰ ਸਬਜੈਕਟ 'ਤੇ ਜਿਹੜਾ ਹੈਗਾ ਗੱਲ ਆਪਾਂ ਖੁੱਲ੍ਹ ਕੇ ਕਰ ਸਕੀਏ। ਜਿਸ ਤਰ੍ਹਾਂ ਮੈਂ ਅਸੀਂ ਗੱਲ ਕਰ ਰਿਹਾ, ਸਾਡੇ ਲੋਕ ਬਹੁਤ ਸਾਰੇ ਧਾਰਮਿਕ ਹੈ, ਅਸੀਂ ਗੁਰਦੁਆਰਾ, ਮੰਦਰਾਂ, ਮਸੀਤਾਂ ਅਤੇ ਹੋਰ ਧਾਰਮਿਕ ਸਥਾਨਾਂ 'ਤੇ ਬਹੁਤ ਸਾਰੇ ਪੈਸੇ ਵੀ ਦੇਣੇ ਹੈਗੇ ਆ, ਅਤੇ ਅਸੀਂ ਯਾਨੀ ਕਿ ਉੱਥੇ ਜਾ ਕੇ ਸੇਵਾ ਵੀ ਕਰਦੇ ਹੈਗੇ ਹਾਂ। ਸ਼ਾਇਦ ਯਾਨੀ ਕਿ ਇਹ ਵੀ ਹੋਵੇ ਅਸੀਂ ਨਿਸ਼ਕਾਮ ਸੇਵਾ ਕਰਦੇ ਹਾਂ, ਜਾਂ ਸ਼ਾਇਦ ਸਾਡਾ ਕੋਈ ਆਪਣਾ ਮੋਟਿਵ ਵੀ ਹੋਵੇ, ਲੈ ਵੀ ਜੋ ਕੁਛ ਤੁਹਾਡਾ ਅਕੀਦਾ ਹੈਗਾ ਵੀ ਮੈਨੂੰ ਸ਼ਾਇਦ ਇਹਦੇ ਲਈ ਕੋਈ ਫਾਇਦਾ ਹੋ ਸਕੇ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹਾਂਜੀ ਡਾਕਟਰ ਸਾਹਿਬ, ਮੈਂ ਪਹਿਲਾ ਬੰਗਰ ਇੰਗਲੈਂਡ ਤੋਂ ਬੋਲ ਰਿਹਾ ਜੀ। ਬੰਗਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ ਵਲੰਟੀਅਰ ਕੰਮ ਬਾਰੇ? ਦੇਖੋ ਜੀ, ਮੇਰੀ ਤਾਂ 1963 ਦੇ ਐਂਟਰੀ ਹੋਈ ਸੀ। ਹਾਂ। ਔਰ ਜਿਸ ਵੇਲੇ ਅਸੀਂ ਆਏ ਆ ਇੱਥੇ, ਮੈਂ ਦੇਖਿਆ ਕਿ ਆਪਣੇ ਬਹੁਤ ਸਾਰੇ ਲੋਕ, ਅਨਪੜ੍ਹ ਲੋਕ, ਜਿਨ੍ਹਾਂ ਨੂੰ ਕੋਈ ਪੇਪਰ ਵਰਕ ਨਹੀਂ ਆਉਂਦਾ, ਤੇ ਮੈਂ ਪਹਿਲੇ ਦਿਨ ਤੋਂ ਆਪਣਾ ਦਫ਼ਤਰ ਖੋਲ੍ਹਿਆ ਸੀ। ਔਰ ਸੋਸ਼ਲ ਵਰਕ ਭਾਵ ਕਿ ਜਿਹੜਾ ਮੈਂ ਸਭ ਨੂੰ, ਦੁਨੀਆ ਨੂੰ ਪ੍ਰਿੰਟ ਕਰਕੇ ਦੱਸਦਾ ਹੈ ਵੀ ਜਿਹਨੂੰ ਕੋਈ ਵੀ ਸਮੱਸਿਆ ਹੋਵੇ ਪੇਪਰ ਵਰਕ ਦੀ, ਕਿਸੇ ਕਿਸਮ ਦੀ ਵੀ, ਕਿਤੇੋਂ ਵੀ ਲੈਟਰ ਆਉਂਦਾ, ਮੇਰੇ ਕੋਲ ਆਓ, ਮੈਂ ਫ੍ਰੀ ਤੁਹਾਡਾ ਮਦਦ ਕਰੂੰਗਾ। ਔਰ ਮੈਂ ਕਰਦਾ ਰਿਹਾ। ਮੇਰੇ ਬੱਚਿਆਂ ਨੇ ਜਦੋਂ ਮੇਰੇ ਬੱਚਿਆਂ ਨੂੰ ਸੁਰਤ ਹੋਈ ਵੀ ਨਹੀਂ ਦੇਖਿਆ ਕਿ ਸਾਡੇ ਘਰ 'ਚ ਜਿੱਦਾਂ ਡਾਕਟਰ ਦੀ ਸਰਜਰੀ ਲੱਗਦੀ ਹੁੰਦੀ ਹੈ ਨਾ, ਇਸ ਤਰ੍ਹਾਂ ਮੈਂ ਲਾਉਂਦਾ ਸੀ। ਵਾਹ ਵਾਹ। ਉਹ ਸੋਸ਼ਲ ਵਰਕ ਕਰਦੇ ਹੋਏ ਫਿਰ ਮੈਂ 1996 ਦੇ ਵਿੱਚ ਅਪਲਾਈ ਕੀਤਾ ਕਿ ਮੈਂ ਮੈਜਿਸਟ੍ਰੇਟ ਬਣਨਾ, ਤੇ 2 ਗੋਰਿਆਂ ਨੇ ਮੇਰੀ ਯਾਨੀ ਕਿ ਉਗਾਹੀ ਪਾਈ ਕਿ ਇੱਕ ਬੰਦਾ ਇਹ ਆ ਜਿਹੜਾ ਕਿ ਬਹੁਤ ਬੜੇ ਸੇਵਾ ਕਰਦਾ ਸਮਾਜ ਦੀ। ਔਰ ਮੇਰੀਆਂ ਜਿਹੜੀ ਕਿਤਾਬਾਂ ਹੈ ਉਹਦੇ 'ਚ ਵੀ ਇਹ ਲਿਖਿਆ, ਮੇਰੇ ਜਿਹੜੇ ਹੈ ਨਾ, ਮੇਰਾ ਅਸਲ ਕਿੱਤਾ ਕੀ ਹੈ, ਸਮਾਜ ਸੇਵਕ ਹਾਂ ਮੈਂ। ਹਾਂਜੀ। ਹੁਣ ਵੀ ਜਦੋਂ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਆ, ਉਹ ਮੇਰੇ ਕੋਲ ਅਜੇ ਵੀ ਆਉਂਦੇ ਆ। ਤੇ ਜਿਸ ਏਰੀਏ 'ਚ ਮੈਂ ਰਿਹਾ ਆ, ਉਹਨਾਂ ਨੂੰ ਸਭ ਨੂੰ ਪਤਾ ਕਿ ਕਿਸ ਤਰ੍ਹਾਂ ਮੈਂ ਹਰ ਇੱਕ ਦਾ ਮੁਫਤ ਕੰਮ ਕਰਦਾ ਹਾਂ। ਘਰੋਂ ਚੱਕ ਕੇ ਉਹਨਾਂ ਨੂੰ ਘਰ ਲਿਜਾਣਾ, ਉਹਨਾਂ ਨੂੰ ਹਰ ਇੱਕ ਕੰਮ ਕਰਕੇ ਸੈਟਿਸਫਾਈ ਕਰਕੇ, ਇੱਕ ਵਕੀਲ ਦੀ ਤਰ੍ਹਾਂ। ਔਰ ਫਿਰ ਮੈਂ ਇੰਟਰਪ੍ਰੀਟਰ ਵੀ ਅਫੀਸ਼ੀਅਲ ਰਿਹਾ ਆ, ਮੈਜਿਸਟ੍ਰੇਟ ਵੀ ਰਿਹਾ ਆ। ਔਰ ਮੈਂ ਲਿਖਦਾ ਵੀ ਸਾਰੀ, ਤੁਹਾਨੂੰ ਪਤਾ 75 ਤੋਂ ਰਿਹਾ, ਤੇ ਇੱਕ ਬਹੁਤ ਸਾਰੀਆਂ ਤੁਹਾਡੇ ਕਿਤਾਬਾਂ ਲਿਖ ਚੁੱਕਾ ਆ, ਉਹ ਲਿਖੀ ਜਾ ਰਿਹਾ। ਇਹ ਕੰਮ ਜਾਣੀ ਕਿ ਫ੍ਰੀ ਕਰਦਾ ਆ। ਮਾਲਕ ਦੀ ਬੜੀ ਦਇਆ, ਤੁਹਾਡੇ ਵਰਗੇ ਸਿਆਣਿਆਂ ਦੀ ਬੜੀ ਦਇਆ ਕਿ ਅਸੀਂ ਫਾਈਨੈਂਸ਼ੀਅਲੀ ਵੀ ਕੋਈ ਪ੍ਰੋਬਲਮ ਨਹੀਂ ਆ। ਜ਼ਿੰਦਗੀ 'ਚ ਕੰਮ ਬਹੁਤ ਕੰਮ ਕੀਤਾ। ਇਸ ਕਰਕੇ ਵਲੰਟੀਅਰ ਕੰਮ ਕਰਨਾ ਇੱਕ ਪਾਰਟ ਆਫ ਯੂਰ ਲਾਈਫ ਹੋਣਾ ਚਾਹੀਦਾ ਆ। ਜਿਸ ਵੀ ਤੁਸੀਂ ਸਕਿੱਲ ਹੈਗੇ, ਸਕਿੱਲ ਨਾ ਵੀ ਸੇ, ਉਹ ਤਾਂ ਜਿੱਦਾਂ ਤੁਸੀਂ ਕਹਿ ਰਹੇ ਕਿ ਹਸਪਤਾਲ ਵੀ ਜਾ ਕਰ ਸਕਦੇ ਆ, ਤੁਸੀਂ ਕਿਸੇ ਤਰ੍ਹਾਂ ਵੀ ਵਲੰਟੀਅਰ ਬਣ ਸਕਦੇ ਆ। ਅੱਜ ਦਾ ਜਿਹੜਾ ਤੁਹਾਡਾ ਸਬਜੈਕਟ ਹੈ ਬਹੁਤ ਅੱਛਾ ਆ। ਦੇਖੋ ਕਾਂਜੀ ਟੀਵੀ ਅਪੀਲ ਵੀ ਕਰ ਰਿਹਾ, ਉਹਦੇ ਨਾਲ ਵੀ ਇਹ ਮਦਦ ਕਰ ਰਿਹਾ ਕਿ ਇਹ ਵੀ ਵਲੰਟੀਅਰ ਤੌਰ ਤੇ ਹੀ ਲੋਕਾਂ ਦੀ ਸੇਵਾ ਕਰ ਰਿਹਾ। ਸਾਰੇ ਆ ਕੇ ਥੋੜਾ ਹਿੱਸਾ ਪਾਉਣ ਤੇ ਇਹਦੀ ਮਦਦ ਹੋ ਸਕਦੀ ਹੈ। ਇਹਨੂੰ ਚਾਲੂ ਰੱਖਣਾ, ਔਰ ਇਹ ਚਾਲੂ ਰੱਖਾਂਗੇ ਤਾਂ ਆਪਣੀ ਆਵਾਜ਼ ਸੁਣ ਸਕਣਗੇ ਲੋਕ। ਔਰ ਮੈਂ ਵੀ ਮਿਸੀ ਮਿੱਡਾ ਜਿਹੜੀ ਕਿ ਮੇਅਰ ਬਣੀ ਆ, ਉਹਨਾਂ ਨੂੰ ਕੋਟ ਵਧਾਈ ਦਿੰਦਾ, ਕਿਉਂਕਿ ਆਪਣੇ ਸਮਾਜ 'ਚੋਂ ਪਹਿਲੀ ਫੀਮੇਲ, ਜਿੱਦਾਂ ਤੁਸੀਂ ਕਿਹਾ
ਉਹ ਮਿਹਰ ਬਣੀ ਆ। ਇਹ ਸਾਡੇ ਲਈ ਬੜੀ ਫਖਰ ਔਰ ਮਾਣ ਦੀ ਗੱਲ। ਮੈਂ ਉਹਨਾਂ ਨੂੰ ਮੈਂ ਵਧਾਈ ਵੀ ਦੇ ਚੁੱਕਾ ਤੁਹਾਡੇ ਵਾਂਗੂ, ਉਹਨਾਂ ਦੇ ਟੈਲੀਫੋਨ ਕਰਕੇ ਬਿੜਾ ਸਾਹਿਬ ਨੂੰ। ਸੋ ਬਹੁਤ ਸਾਡੇ ਲਈ ਮਾਣ ਦੀ ਗੱਲ ਵਾ। ਸੋ ਤੁਸੀਂ ਵੀ ਮਾਣ ਦੇ ਇੱਕ ਪਾਤਰ ਹੋ, ਤੁਸੀਂ ਵੀ ਬਹੁਤ ਸੋਹਣੀ ਸੇਵਾ ਕਰਦੇ ਆ ਔਰ ਅੱਛਾ ਲੱਗਦਾ ਆ ਡਾਕਟਰ ਸਾਹਿਬ। ਸੋ ਆਪਦਾ ਬਹੁਤ ਧੰਨਵਾਦ ਜੋ ਮੈਨੂੰ ਸਮਾਂ ਦਿੱਤਾ ਔਰ ਮੈਂ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ। ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ। ਜੈ ਗੁਰਦੇਵ, ਜੈ ਗੁਰਦੇਵ, ਧੰਨ ਗੁਰਦੇਵ ਜੀ, ਜੈ ਗੁਰਦੇਵ, ਧੰਨ ਗੁਰਦੇਵ। ਤੁਸੀਂ ਵੀ ਆਪਣੇ ਜਿਹੜੇ ਵਿਚਾਰ ਹੈਗੇ ਆ ਉਹ ਸਾਨੂੰ ਸਾਂਝੇ ਕਰ ਸਕਦੇ ਆ। ਇਹ ਤਾਂ ਬੰਗਰ ਸਾਹਿਬ ਸੀ, ਯਾਨੀ ਕਿ ਤੁਸੀਂ ਵੀ ਆਪਣੇ ਸਾਡਾ ਵਿਚਾਰ ਜਿਹੜੇ ਸਾਂਝੇ ਕਰਕੇ ਦੱਸ ਸਕਦੇ ਲੈ ਵੀ ਵਲੰਟੀਅਰ ਕੰਮ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਜੀ ਡਾਕਟਰ ਸਾਹਿਬ, ਮੈਂ ਫਕੀਰ ਚੰਦ ਚੌਹਾਨ ਬੋਲਦਾ। ਚੌਹਾਨ ਸਾਹਿਬ ਤੁਹਾਡਾ ਵੈਲਕਮ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਵੀ ਜ਼ਿੰਦਗੀ ਵਿੱਚ ਬਹੁਤ ਵਲੰਟੀਅਰ ਕੰਮ ਕੀਤੇ ਹੈਗੇ ਆ, ਕੀ ਕਹਿਣਾ ਚਾਹੋਗੇ? ਦੇਖੋ ਜੀ, ਵੀ ਪਹਿਲਾਂ ਤਾਂ ਵੱਡੀ ਗੱਲ ਹੈਗੀ ਆ ਵੀ ਇਹ ਜਿਹੜਾ ਕੋਈ ਵੀ ਤੁਸੀਂ ਸਮਾਜ ਸੇਵਾ ਦਾ ਕੰਮ ਕਰਦੇ ਆ, ਹਾਂ, ਇਹ ਬਹੁਤ ਚੰਗਾ ਕੰਮ ਹੈ। ਪਰ ਜਿਸ ਤਰ੍ਹਾਂ ਆਪਨੇ ਜ਼ਿਕਰ ਕੀਤਾ ਵੀ ਮੈਂ ਦੱਸਣਾ ਚਾਹੁੰਦਾ ਵੀ ਜਿਸ ਵੇਲੇ ਮੈਨੂੰ ਵਿੱਦਿਆ ਹਾਸਲ ਹੋ ਗਈ, ਹਾਂਜੀ ਹਾਂਜੀ ਹਾਂਜੀ, ਮੈਨੂੰ ਜਿਸ ਵੀ ਕਿਸੇ ਨੇ ਕਿਹਾ ਵੀ ਮੇਰਾ ਕੰਮਕਾਰ ਜਿਹੜਾ ਪੜ੍ਹਾਈ ਨਾਲ ਸੰਬੰਧਿਤ ਸੀ, ਹਾਂ ਹਾਂ ਹਾਂ, ਕਿਉਂਕਿ ਹੁਣ ਦੇਖੋ ਪਿੰਡਾਂ ਦੇ ਵਿੱਚ ਕਿੰਨੀ ਅਨਪੜ੍ਹਤਾ ਸੀ ਕਿ ਪਿੰਡਾਂ ਦੇ ਵਿੱਚ ਥੋੜੇ ਲੋਕ ਪੜ੍ਹੇ ਹੁੰਦੇ ਸੀ। ਹਾਂਜੀ ਹਾਂਜੀ, ਉਹ ਜਦ ਮੈਨੂੰ ਉਹਨਾਂ ਨੂੰ ਲੱਗ ਗਿਆ ਪਤਾ ਵੀ ਮੈਂ ਏਦਾਂ ਕਰਦਾ, ਮੇਰੇ ਤੋਂ ਹੀ ਬਹੁਤ ਲੋਕ ਚਿੱਠੀਆਂ ਲਿਖਾਉਂਦੇ ਸੀ, ਚਿੱਠੀਆਂ ਪੜ੍ਹਨੀਆਂ ਲਿਖਾਉਣੀਆਂ, ਤੇ ਹੋਰ ਵੀ ਜਿਹੜੇ ਏਦਾਂ ਦੇ ਕੰਮ ਸੀਗੇ ਫਿਰ ਉਹ ਜਾਣੀ ਕਰਨੇ। ਪਰ ਇੱਥੇ ਆ ਕੇ ਤੁਸੀਂ ਦੇਖੋ ਵੀ ਇੱਥੇ ਜਾਣੀ ਬਹੁਤ ਲੋਕਾਂ ਨੇ ਆਪਣਾ ਇਹ ਪੇਸ਼ਾ ਹੀ ਬਣਾਇਆ ਸੀ, ਉਹ ਲੋਕਾਂ ਤੋਂ ਪੈਸੇ ਲੈਂਦੇ ਸੀ। ਪਤਾ ਮੈਨੂੰ ਯਾਦ ਹੈ, ਮੈਂ ਤਾਂ ਆਪ ਦੇਖਿਆ, ਕਿਉਂਕਿ ਇੱਥੇ ਪੈਸੇ ਲੈਂਦੇ ਸੀ ਬਈ ਉਹ ਮੇਰੇ ਪਿਤਾ ਜੀ ਜਿਹੜੇ ਉਹਨੇ ਮੈਨੂੰ ਦੱਸਿਆ ਵੀ ਉਹ ਫਲਾਨਾ ਇੰਨੇ ਪੈਸੇ ਲੈਂਦਾ, ਤੇ ਮੈਂ ਉਹਨਾਂ ਨੂੰ ਦੱਸਿਆ ਵੀ ਜਿੰਨਾ ਕੰਮ ਮੈਂ ਕਰ ਸਕਦਾ ਬਈ ਉਹ ਮੈਂ ਸਾਰਿਆਂ ਦਾ ਮੁਫਤ ਕਰੂੰਗਾ। ਬਿਲਕੁਲ। ਮੈਂ ਇੱਥੇ ਤੁਸੀਂ ਦੇਖੋ ਵੀ ਇੰਨੇ ਲੋਕਾਂ ਦੇ ਕੰਮ ਕੀਤੇ ਔਰ ਬਾਅਦ ਦੇ ਵਿੱਚ ਮੈਂ ਸੰਸਥਾਵਾਂ 'ਚ ਵੀ ਕੰਮ ਕੀਤਾ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਜੇ ਤੁਸੀਂ ਸੰਸਥਾਵਾਂ ਦੇ ਵਿੱਚ ਕੰਮ ਕਰਦੇ ਹੋ ਤੁਹਾਨੂੰ ਬਹੁਤ ਲੋਕ ਫਿਰ ਜਾਣਨ ਲੱਗ ਪੈਂਦੇ ਆ। ਹਾਂਜੀ ਹਾਂਜੀ, ਔਰ ਇੱਥੇ ਤੱਕ ਵੀ ਮੈਂ ਜਾਣੀ ਦਫ਼ਤਰਾਂ ਦੇ ਵਿੱਚ ਆ ਕੇ ਲੋਕਾਂ ਦੇ ਬਹੁਤ ਕੰਮ ਕਰਵਾਏ। ਜਾਣੀ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇੱਥੇ ਜਾਣੀ ਪਹਿਲਾਂ ਜਿਹੜੇ ਹੁਣ ਤਾਂ ਦੇਖੋ ਕੰਮਾਂ ਦੇ ਬਹੁਤ ਪੈਸੇ ਲੱਗਦੇ ਆ, ਪਹਿਲਾਂ ਇੱਥੇ ਸਰਕਾਰ ਫੰਡ ਦਿੰਦੀ ਸੀ। ਹਾਂਜੀ, ਇੱਥੇ ਯੂਕੇ ਇਮੀਗ੍ਰੇਸ਼ਨ ਐਡਵਾਈਜ਼ਰੀ ਸਰਵਿਸ ਸੀਗੀ ਯੈਸ, ਤੇ ਮੈਂ ਕਈਆਂ ਨੂੰ ਉੱਥੇ ਲੈ ਕੇ ਗਿਆ। ਜਾਣੀ ਉਹ ਤੁਸੀਂ ਦੇਖੋ ਵੀ ਜੇ ਕਿਸੇ ਨੂੰ ਤੁਸੀਂ ਵੀਜ਼ਾ ਲਗਵਾਉਣਾ ਨਾ ਹੋ ਜਾਣੀ, ਉਹਦੇ ਲਈ ਕੇਸ ਕਰਨਾ ਪੈਂਦਾ। ਏਦਾਂ ਸੀ ਜੀ। ਉਹ ਕਈ ਬੰਦੇ ਜਿਹੜੀ ਲੋਕਾਂ ਤੋਂ ਇੰਨੇ ਦੱਸ ਕੇ ਤੇ ਉਹ ਆਪ ਕਮਾਈ ਕਰਦੇ ਸੀ। ਏਦਾਂ ਸੀ। ਔਰ ਮੈਂ ਜਾ ਕੇ ਉਹਨਾਂ ਨੂੰ ਲੈ ਕੇ ਦਿੱਤੇ। ਫਿਰ ਉਹ ਦੇਖੋ ਵੀ ਜਿਹੜਾ ਹੋਮ ਹਾਊਸ ਆ, ਹੋਮ ਹਾਊਸ ਦੇ ਵਿੱਚ ਵੀ ਮੈਂ ਬਹੁਤ ਲੋਕਾਂ ਦੇ ਕੰਮ ਕਰਵਾਏ। ਫਿਰ ਇੱਥੇ ਹੁਣ ਦੇਖੋ ਜਿਹੜੇ ਪਾਸਪੋਰਟ, ਇੰਡੀਅਨ ਪਾਸਪੋਰਟ ਬਣਦੇ, ਦੂਸਰੇ ਬਣਦੇ ਆ, ਉਹ ਲੋਕਾਂ ਨੂੰ ਪਤਾ ਹੀ ਨਹੀਂ ਸੀ। ਏਦਾਂ ਹੈ ਉਹ ਜਾਣੀ ਮੈਂ ਇੰਨੇ ਸਾਰੇ ਕੰਮ ਕਰਵਾਏ। ਫਿਰ ਦੂਸਰੀ ਦੇਖੋ ਬੜੀ ਗੱਲ ਆ ਵੀ ਜਿਹੜੇ ਸਮਾਜ ਦੇ ਵਿੱਚ ਇੰਨੀਆਂ ਉਲਝਣਾਂ ਆ ਨਾ, ਕਿਉਂਕਿ ਜੇ ਤੁਹਾਡੀ ਸੋਚ ਵਿਗਿਆਨਕ ਆ ਤੁਸੀਂ ਉਹ ਜ਼ਰੂਰ ਲੋਕਾਂ ਨੂੰ ਸਮਝਾਓ। ਬਿਲਕੁਲ। ਸਾਡਾ ਸਮਾਜ ਜਾਣੀ ਇੰਨਾ ਗਲਤ ਪਾਸੇ ਲੱਗਾ ਆ ਵੀ ਜੇ ਤੁਹਾਨੂੰ ਤੁਸੀਂ ਉਹਨਾਂ ਨੂੰ ਦੱਸਦੇ ਨਹੀਂ ਤਾਂ ਫਿਰ ਤਾਂ ਉਹਨੇ ਉਧਰ ਹੀ ਰਹਿਣਾ। ਇਸੇ ਕਰਕੇ ਚੌਹਾਨ ਸਾਹਿਬ ਜਿਹੜੀ 1997 ਦੇ ਵਿੱਚ ਅਸੀਂ ਏਸ਼ੀਅਨ ਰੈਸ਼ਨਲ ਸੁਸਾਇਟੀ ਬਣਾਈ ਸੀ ਤਾਂ ਕਿ ਨਾ ਬਾਬਿਆਂ ਦਾ ਹੁੰਜਾ ਫਿਰਿਆ ਜਾ ਸਕੇ। ਹਾਂਜੀ, ਨਹੀਂ ਉਹ ਫਿਰ ਦੇਖੋ ਕਈ ਬੰਦੇ ਜੇ ਤੁਹਾਨੂੰ ਕਈ ਬੰਦੇ ਅਨਪੜ੍ਹ ਵੀ ਹੈਗੇ ਆ, ਪਰ ਉਹ ਫਿਰ ਵੀ ਉਹ ਦੇਖੋ ਜੇ ਤੁਸੀਂ ਉਹਨਾਂ ਨੂੰ ਨਹੀਂ ਦੱਸਣਾ। ਹੁਣ ਮੈਂ ਇੱਕ ਕੇਸ ਦਾ ਜ਼ਿਕਰ ਕਰਨਾ ਚਾਹੁੰਦਾ ਜੇ ਟਾਈਮ ਹੈਗਾ। ਨਹੀਂ ਕਰੋ ਗੱਲ ਤੁਸੀਂ। ਕਿਉਂਕਿ ਉਹ ਇਦਾਂ ਸੀ ਵੀ ਇੱਥੇ ਮੇਰੇ ਤੋਂ ਜ਼ਿਆਦਾ ਉਮਰ ਦਾ ਸੀ, ਮੇਰਾ ਦੋਸਤ ਸੀ, ਉਹਦੀ ਲੜਕੀ ਦਾ ਵਿਆਹ ਹੋਇਆ ਸੀ। ਉਹ ਜਾਣੀ ਕਿਸੇ ਵਜ੍ਹਾ ਦੇ ਨਾਲ ਉਹ ਲੜਕੀ ਦੇ ਬੱਚਾ ਨਹੀਂ ਸੀ ਹੋ ਰਿਹਾ। ਹਾਂਜੀ, ਤੇ ਹੁਣ ਤੁਹਾਨੂੰ ਪਤਾ ਵੀ ਉਹ ਲੜਕੀ ਨੂੰ ਉਹ ਕਹਿੰਦਾ ਵੀ ਜਦ ਮੈਂ ਲੜਕੀ ਵਿਆਹੀ ਹੈ ਤਾਂ ਪਤਾ ਤਾਂ ਹੋਣਾ ਚਾਹੀਦਾ ਵੀ ਕੀ ਗੱਲ ਹੈ। ਪਰ ਜਾਣੀ ਉਹ ਦੂਸਰੇ ਪਾਸੇ ਜਿਹੜਾ ਜਿੱਥੇ ਵਿਆਜੀ ਸੀ ਉਹ ਬਾਬਿਆਂ ਨੂੰ ਮੰਨਦਾ ਸੀ। ਤੇ ਉਹ ਜੀ ਮਤਲਬ ਲੜਕੀ ਚੱਲ ਬਸੀ ਜਾਂਦੀ ਸੀ, ਪਰ ਉਹ ਫਿਰ ਮੈਨੂੰ ਉਹਨੇ ਕਿਹਾ ਵੀ ਮੈਂ ਤਾਂ ਇਹ ਲੜਕੀ ਜਾਣੀ ਛਡਾ ਲੈਣੀ ਹੈ। ਮੈਂ ਕਿਹਾ ਵੀ ਇਹ ਤਾਂ ਲੜਕੀ ਜੇ ਕਹੂਗੀ ਫੇਰ ਆ ਵੀ ਜੇ ਕਹਿੰਦਾ ਵੀ ਕੁੜੀ ਭਲੀ ਮਾਨਸ ਏਦਾਂ ਆ ਕਹਿੰਦੀ ਨਹੀਂ, ਤੇ ਫਿਰ ਮੈਂ ਕਿਹਾ ਵੀ ਵਜ੍ਹਾ ਕੀ ਹੈ? ਕਹਿੰਦਾ ਵੀ ਉਹ ਦੋ ਬਾਬਿਆਂ ਨੂੰ ਮੰਨਦੇ ਆ। ਅੱਛਾ, ਤੇ ਮੈਂ ਕਿਹਾ ਵੀ ਇੱਕ ਨਾਲ ਨਹੀਂ ਗੁਜ਼ਾਰਾ ਹੁੰਦਾ। ਕਹਿੰਦਾ ਵੀ ਇਹ ਕੀ ਕੀਤਾ ਜਾਵੇ। ਅੱਛਾ, ਗੱਲ ਕਾਦੀ ਵੀ ਉਹ ਦੇਖੋ ਵੀ ਉਹ ਲੈ ਕੇ ਲੜਕੀ ਨੂੰ ਉੱਥੇ ਇੰਡੀਆ 'ਚ ਵੀ ਗਏ।
अच्छा ਉਹ ਦੋ ਹੀ ਜਗ੍ਹਾ ਗਏ ਵੇ ਜਾਨੀ ਮਤਲਬ ਬੱਚੇ ਦੇ ਬਾਰੇ ਤਾਂ ਪਰ ਹੁਣ ਫਿਰ ਬੰਦੇ ਨੂੰ ਮੇਰੇ ਤੇ ਉਹਦਾ ਇੰਨਾ ਵਿਸ਼ਵਾਸ ਸੀ ਤਾਂ ਉਹ ਮੈਨੂੰ ਕਹਿੰਦਾ ਵੀ ਤੂੰ ਮੇਰੀ ਜ਼ਰੂਰ ਮਦਦ ਕਰ। ਮੈਂ ਕਿਹਾ ਵੀ ਦੇਖ ਹੁਣ ਜਦ ਤੂੰ ਮੈਨੂੰ ਕਹਿਣਾ ਤਾਂ ਫਿਰ ਤਾਂ ਕਰਨਾ ਹੀ ਪੈਣਾ। ਫਿਰ ਮੈਂ ਕਿਹਾ ਵੀ ਤੂੰ ਇਹਨਾਂ ਨੂੰ ਸੁਝਾਅ ਦੇ ਵੀ ਜਦ ਹੁਣ ਜਗ੍ਹਾ ਉੱਥੇ ਤੁਸੀਂ ਤਾਂ ਜਾਇਆ ਹੁੰਦਾ ਵੀ ਕੋਈ ਕੰਮ ਤਾਂ ਬਣਿਆ ਨਹੀਂ, ਪਰ ਫਿਰ ਵੀ ਉਹ ਤੁਸੀਂ ਦੇਖੋ ਵੀ ਇੰਨੇ ਉਹ ਜਾਨੀ ਬੈਕਵਰਡ ਖਿਆਲਾਂ ਦੇ ਫਿਰ ਵੀ ਉਹ ਇਹ ਯਕੀਨ ਉਹਨਾਂ ਦਾ ਵੀ ਵੇਟ ਕਰੋ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਤੂੰ ਏਦਾਂ ਉਹਨਾਂ ਨੂੰ ਕਿਹਾ ਵੀ ਦੋਨਾਂ ਦਾ ਮੈਡੀਕਲ ਚੈੱਕ ਹੋ। ਐਬਸੋਲੂਟਲੀ ਦੈਟ ਵਾਸ ਦ ਫਰਸਟ ਸਟੈਪ। ਯੈਸ, ਮੈਡੀਕਲ ਚੈੱਕ ਹੋਵੇ ਵੀ ਫਿਰ ਪਤਾ ਲੱਗ ਜਾਊਗਾ। ਹਾਂ। ਅੱਛਾ ਜੀ, ਉਹ ਗੱਲ ਕਾਦੀ ਵੀ ਉਹ ਜਿਸ ਵੇਲੇ ਉਹਨਾਂ ਨੂੰ ਕਿਹਾ ਤਾਂ ਫਿਰ ਉਹ ਮੁੰਡਾ ਘਬਰਾਵੇ। ਉਹ ਨੁਕਸੀ ਮੁੰਡੇ ਚ ਹੋਣਾ। ਅੱਛਾ, ਤਾਂ ਫਿਰ ਮੈਂ ਕਿਹਾ ਵੀ ਘਬਰਾਉਣ ਦੀ ਤਾਂ ਲੋੜ ਹੀ ਨਹੀਂ, ਇਹ ਤਾਂ ਪਤਾ ਲੱਗਣਾ ਜਿੱਦਾਂ ਸੁਝਾਅ ਹੀ ਆ। ਹਾਂ ਬਿਲਕੁਲ। ਅੱਛਾ ਜੀ, ਉਹ ਦੇਖ ਲਓ ਵੀ ਉਹ ਮੈਡੀਕਲ ਐਗਜ਼ਾਮੀਨੇਸ਼ਨ ਹੋਇਆ, ਉਹ ਮੁੰਡੇ ਚ ਨੁਕਸ ਸੀ। ਮੈਨੂੰ ਜਾਣੀ ਕਿ ਬਹੁਤ ਸਾਰੇ ਕੇਸਿਸ ਨੂੰ ਮੈਂ ਵੀ ਜਾਣਦਾ ਚੌਹਾਨ ਸਾਹਿਬ। ਨਹੀਂ ਉਹ ਫਿਰ ਏਦਾਂ ਸੀ, ਪਰ ਉਹ ਨਹੀਂ ਕਿਹਾ ਵੀ ਏਦਾਂ ਦਾ ਨੁਕਸ ਨਹੀਂ, ਵੀ ਉਹ ਨਹੀਂ ਕਿਹਾ ਵੀ ਠੀਕ ਹੋ ਸਕਦਾ। ਹਾਂ ਬਿਲਕੁਲ। ਦੇਖੋ ਇੱਥੇ ਕਿੰਨੀ ਐਡਵਾਂਸ ਤੇ ਹੈ। ਓ ਯੈਸ, ਓ ਯੈਸ। ਅੱਛਾ, ਤਾਂ ਉਹ ਨਹੀਂ ਜੇ ਠੀਕ ਹੋ ਗਿਆ ਤਾਂ ਫਿਰ ਬੱਚੇ ਹੋ ਗਏ। ਫਿਰ ਹੁਣ ਉਹ ਜਿਹੜੀ ਘਟਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕਿੰਨਾ ਲੋਕਾਂ ਦਾ ਅੰਧ ਵਿਸ਼ਵਾਸ ਆ। ਉਹਨੇ ਇੱਕ ਘਰ ਲਿਆ ਤਾਂ ਘਰ ਦੇ ਵਿੱਚ ਸੈਂਟਰਲ ਹੀਟਿੰਗ ਕਿਸੇ ਅਣਜਾਣ ਬੰਦੇ ਤੋਂ ਲਵਾ ਲਈ। ਅੱਛਾ। ਉਹ ਜਦ ਅਣਜਾਣ ਬੰਦੇ ਤੋਂ ਲਵਾ ਲਈ ਤਾਂ ਉਹ ਗੈਸ ਲੀਕ ਕਰਦਾ ਸੀ। ਓ ਡੀਅਰ। ਉਹ ਨਿੱਕੇ ਨਿਆਣੇ ਬੇਹੋਸ਼ ਹੋ ਜਾ ਕਰਨ। ਓ ਮਾਈ ਗੁੱਡਨੈਸ। ਅੱਛਾ। ਉਹ ਫਿਰ ਉਹਨਾਂ ਚੋਂ ਇੱਕ ਬਾਬਾ ਇੱਥੇ ਆਇਆ ਤਾਂ ਉਹਨੂੰ ਦੱਸਿਆ ਤਾਂ ਉਹ ਕਹਿੰਦਾ ਵੀ ਤੁਹਾਡੇ ਤਾਂ ਇੱਥੇ ਚੀਜ਼ਾਂ ਘਰ ਦੇ ਬੱਚੇ। ਉਹ ਬਾਬੇ ਨੂੰ ਸਿਖਾਉਣੀ ਸੀਗੀ ਉਹ। ਨਹੀਂ ਮੈਂ ਤਾਂ ਹੈਰਾਨ ਆ ਵੀ ਏਦਾਂ ਦੇ। ਤਾਂ ਫਿਰ ਉਹ ਜਿਹੜੇ ਉਹਦੇ ਬੰਦੇ ਦੇ ਬੱਚੇ ਕਾਫੀ ਪੜ੍ਹੇ ਹੋਏ ਸੀ ਤੇ ਉਹ ਗਿਆ ਉੱਥੇ ਤਾਂ ਉਹ ਕਹਿੰਦਾ ਵੀ ਤੁਸੀਂ ਕਰਦੇ ਕੀ, ਪਹਿਲਾਂ ਤਾਂ ਬੱਚੇ ਨਹੀਂ ਸੀ, ਹੁਣ ਬੱਚੇ ਬੇਹੋਸ਼ ਹੁੰਦੇ ਤਾਂ ਬਾਬਾ ਕਹਿੰਦਾ ਵੀ ਚੀਜ਼ਾਂ ਹੈ। ਹੁਣ ਫਿਰ ਜਦ ਪਤਾ ਕੀਤਾ ਤਾਂ ਉਹਨੇ ਕਿਹਾ ਵੀ ਤੁਹਾਡੀ ਸੈਂਟਰਲ ਹੀਟਿੰਗ ਨੁਕਸ ਹੈ। ਬਿਲਕੁਲ। ਵੀ ਤੁਸੀਂ ਜਾਣ ਬੰਦੇ ਤੋਂ ਪੈਸੇ ਥੋੜੇ ਖਰਚ ਕੇ ਲਵਾ ਲਈਏ ਵੀ ਠੀਕ ਹੈ, ਸਭ ਕੁਝ ਠੀਕ ਹੋ ਜਾਣਾ। ਪਰ ਤੁਸੀਂ ਦੇਖੋ ਵੀ ਉਹਨੇ ਬਾਬੇ ਨੂੰ ਕੁਝ ਨਹੀਂ ਕਿਹਾ। ਇਦਾਂ ਹੀ ਹੈ ਜੀ, ਇਦਾਂ ਹੀ ਹੈ। ਉਹ ਬਾਅਦ ਵਿੱਚ ਬੱਚੇ ਵੀ ਹੋ ਗਏ ਹੋਣੇ, ਉਹ ਵੀ ਕਹਿੰਦੇ ਹੋਣੇ ਬਾਬੇ ਦੀ ਕਿਰਪਾ ਹੈ। ਨਹੀਂ ਦੇਖੋ ਕਿੰਨੀ ਮਾੜੀ ਗੱਲ ਆ। ਪਰ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਜਿਹੜਾ ਤੁਹਾਡਾ, ਜੇ ਤੁਸੀਂ ਸਮਾਜ ਨੂੰ ਜਿੰਨਾ ਕਰ ਸਕਦੇ ਆ, ਹਾਂ, ਇਹ ਜਿਹੜਾ ਅੰਧ ਵਿਸ਼ਵਾਸ ਦੇ ਕੋੜ ਚੋਂ ਕੱਢੋ। ਦੇਖੋ ਜੀ, ਅਸੀਂ ਖਾਸ ਕਰਕੇ ਮੈਂ ਤੇ ਮੇਰੇ ਨਾਲ ਦੇ ਸਾਥੀ ਵੀ, ਸਾਡਾ ਇਹ ਪੱਕਾ ਜਿਹੜਾ ਹੈਗਾ ਇਰਾਦਾ ਇਹ ਹੈਗਾ ਵੀ ਜਿੰਨੀ ਦੇਰ ਵੀ ਸਾਹ ਹੈਗਾ, ਜਿੰਨਾ ਵੀ ਸਾਡੇ ਤੋਂ ਹੋ ਸਕੇ ਇਹਨਾਂ ਬਾਬਿਆਂ ਦਾ ਹੁੰਜਾ ਫੇਰਨਾ ਹੈ। ਕਿਉਂਕਿ ਲੋਕਾਂ ਨੂੰ ਜਿੰਨੀਆਂ ਵੀ ਸਮੱਸਿਆਵਾਂ, ਮੈਂ ਚੌਹਾਨ ਸਾਹਿਬ ਸਾਰੀ ਉਮਰ ਸੋਸ਼ਲ ਸਰਵਿਸ ਵਿੱਚ ਕੰਮ ਕੀਤਾ, ਇਹਨਾਂ ਦੇ 95 ਤੋਂ 96% ਤੋਂ ਵੀ ਜ਼ਿਆਦਾ ਕੇਸਿਸ ਇਹਨਾਂ ਬਾਬਿਆਂ ਦੀਆਂ ਕਰਤੂਤਾਂ ਕਰਕੇ ਸਾਡੇ ਕੋਲ ਆਉਂਦੇ ਸੀ। ਨਹੀਂ ਇੱਦਾਂ ਮੈਂ ਤਾਂ ਉੱਥੇ ਪੰਜਾਬ ਜਾਂਦਾ ਰਹਿਣਾ, ਦੇਖੋ ਬੜੀ ਹੈਰਾਨੀ ਦੀ ਗੱਲ ਆ ਵੀ ਲੋਕ ਕਿੱਦਾਂ ਇਹਨਾਂ ਤੇ ਯਕੀਨ ਕਰਦੇ। ਬਿਲਕੁਲ ਬਿਲਕੁਲ ਬਿਲਕੁਲ। ਕੋਈ ਪੜ੍ਹੇ ਵੀ ਨਹੀਂ ਹੈਗੇ ਜਾਂ ਕਿੱਦਾਂ ਮਗਰ ਲਾ ਕੇ ਔਰ ਇੰਨੇ ਜਾਨੀ ਉਹ ਪੈਸੇ ਕਮਾਉਂਦੇ ਆ। ਹਾਂ, ਜਾਨੀ ਉਹ ਤਾਂ ਮਾਲੋ ਮਾਲ ਹੋ ਜਾਂਦੇ। ਦੇਖੋ ਇਹ ਸੋਸ਼ਲ ਵਰਕ ਜਿਹੜਾ ਹੈਗਾ ਬਹੁਤ ਹੀ ਇੰਪੋਰਟੈਂਟ ਹੈਗਾ, ਜਿਹੜਾ ਸਾਨੂੰ ਕਰਨਾ ਚਾਹੀਦਾ। ਇਸ ਤੋਂ ਬਿਨਾਂ ਵੀ ਚੌਹਾਨ ਸਾਹਿਬ ਇੱਥੇ ਬਹੁਤ ਕੁਛ ਕਰਨ ਨੂੰ ਹੈ। ਮੈਂ ਇੱਥੇ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਚਾਹੁੰਦਾ ਇਹ ਗੱਲ। ਮੈਂ ਲਿਟਰ ਪਿਕਿੰਗ ਕਰਦਾ ਐਵਰੀ ਸੈਚਰਡੇ। ਫਿਰ ਜਾਨੀ ਕਿਹੜਾ ਹੈਗਾ ਅੱਜ ਮੈਂ ਕਿਤਾਬਾਂ ਵੀ ਲਿਖਦਾ, ਉਹ ਵੀ ਪੱਲਿਓਂ ਪੈਸੇ ਦਿੰਦਾ, ਉੱਥੇ ਸਕੂਲਾਂ ਕਾਲਜ ਯੂਨੀਵਰਸਿਟੀਆਂ ਵਿੱਚ ਦਿੰਦਾ ਹੈਗਾ। ਇਹ ਵੀ ਇੱਕ ਕਿਸਮ ਦਾ ਵਲੰਟੀਅਰ ਵਰਕ। ਮੈਂ ਉੱਥੇ ਇੰਡੀਆ ਵਿੱਚ ਵੀ ਕਿਤਾਬਾਂ ਦਾ ਇਹ ਤਾਂ ਬਹੁਤ ਜਾਨੀ ਕਿਤਾਬਾਂ ਤਾਂ ਜਗਾਉਣੀਆਂ ਸਾਰਿਆਂ ਨੂੰ। ਹਾਂਜੀ ਬਿਲਕੁਲ ਬਿਲਕੁਲ। ਕਿਉਂਕਿ ਹੁਣ ਦੇਖੋ ਲਾਇਬ੍ਰੇਰੀਆਂ ਇਸ ਕਰਕੇ ਖੋਲ੍ਹੀ ਹੋਈਆਂ। ਹਾਂਜੀ 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 ਹਾਂਜੀ। ਜਿਹੜੀ ਹੁਣ ਕਿਤਾਬ, ਹੁਣ ਤੁਸੀਂ ਦੇਖੋ ਲੇਖਕਾਂ ਨੇ ਕਿੰਨਾ ਕੁਛ ਕੀਤਾ। ਬਿਲਕੁਲ ਜੀ ਬਿਲਕੁਲ। ਫਿਰ ਜਿਹੜੇ ਲੇਖ ਲਿਖਣੇ ਜਾਂ ਕੋਈ ਡਿਬੇਟਾਂ ਕਰਨੀਆਂ ਸੌਖਾ ਕੰਮ ਥੋੜ੍ਹਾ। ਇਟਸ ਨਾਟ ਈਜ਼ੀ। ਪਰ ਉਹ ਜਿਹੜੀ ਜਾਨੀ ਮਤਲਬ ਅਵੇਕਨਿੰਗ ਤਦੇ ਆਉਂਦੀ ਹੈ। ਹਾਂਜੀ 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 ਹਾਂਜੀ। ਪਰ ਚਾਹੇ ਕੋਈ ਵੀ ਖੇਤਰ ਆ, ਤੁਸੀਂ ਦੇਖੋ ਚਾਹੇ ਰਾਜਨੀਤੀ ਦਾ ਚਾਹੇ ਹੋਰ ਦਾ, ਜਦ ਤੱਕ ਅਵੇਕਨਿੰਗ ਨਹੀਂ ਆਉਂਦੀ ਕਲਿਆਣ ਨਹੀਂ ਹੋ ਸਕਦਾ। ਬਿਲਕੁਲ। ਨਾਲੇ ਰਾਈਟ ਨੌਲੇਜ ਜਿਹੜਾ ਦੇਣਾ, ਜਿਹੜਾ ਕਿ ਵਿਗਿਆਨਕ ਲੀਹਾਂ ਤੇ ਹੋਵੇ, ਇਹ ਬਹੁਤ ਇੰਪੋਰਟੈਂਟ ਹੈ। ਹਾਂ, ਪਰ ਉਹ ਪਹਿਲਾਂ ਤਾਂ ਵੱਡੀ ਗੱਲ ਆ ਵੀ ਜਿਹੜਾ ਕਰਨਾ ਚਾਹੁੰਦਾ ਪਹਿਲਾਂ ਉਹ ਆਪ ਜਾਣੀ ਹੋਵੇ ਪੂਰਾ। ਕਿਉਂਕਿ ਜੇ ਆਪ ਹੀ ਡਾਵਾਂਡੋਲ ਜੇ ਆਪ ਹੀ ਬਾਬੇ ਮਗਰ ਲੱਗਾ ਤੇ ਉਹਨੇ ਫਿਰ ਕੀ ਕਰ ਲੈਣਾ। ਨਹੀਂ ਹੁਣ ਤੁਸੀਂ ਦੇਖੋ ਵੀ ਪਹਿਲਾਂ ਤਾਂ ਬੜੀ ਗੱਲ ਆ ਵੀ ਕਈ ਕੇਸਾਂ 'ਚ ਮੈਂ ਇਹ ਦੇਖਿਆ ਵੀ ਜੇ ਘਰ ਦੇ ਵਿੱਚ ਬੰਦਾ
ਵਿਗਿਆਨਕ ਹੋ ਗਿਆ ਤਾਂ ਉਹ ਘਰ ਵਾਲੀ ਨਹੀਂ ਹਟਦੀ। ਇਦਾਂ ਹੀ ਆ, ਇਦਾਂ ਹੈ, ਇਦਾਂ ਹੀ ਜਾਨੀ ਇੰਨਾ ਟਰਬਲ ਆ ਵੀ ਜੀ ਇਹ ਤਾਂ ਤੁਸੀਂ ਤਾਂ ਮੰਨਦੇ ਹੀ ਨਹੀਂ, ਤੁਸੀਂ ਤਾਂ ਸਾਡੇ ਤਾਂ ਆਹ ਹੋ ਜਾਣਾ, ਆਹ ਹੋ ਜਾਣਾ। ਉਹ ਫਿਰ ਹੁਣ ਕੁਝ ਨਾ ਕੁਝ ਤਾਂ ਸਮਝਾਉਣਾ ਹੀ ਪੈਂਦਾ। ਇਦਾਂ ਹੀ ਆ, ਇਦਾਂ ਹੀ। ਇਸ ਕਰਕੇ ਦੇਖੋ ਜਿਹੜਾ ਜੀਵਨ ਮਿਲਿਆ, ਇਹ ਜੀਵਨ ਦੇ ਵਿੱਚ ਜ਼ਰੂਰ ਆ ਵੀ ਆਪਣੇ ਆਪ ਨੂੰ ਵੀ ਸੁਧਾਰੋ ਔਰ ਲੋਕਾਂ ਦੇ ਕੰਮ ਆਓ। ਬਿਲਕੁਲ ਬਿਲਕੁਲ ਬਿਲਕੁਲ। ਬਹੁਤ ਜਿਹੜਾ ਆਪਦਾ ਵਿਸ਼ਾ ਬਹੁਤ ਚੰਗਾ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ। ਇਹ ਤਾਂ ਅਸੀਂ ਜੀ ਫਕੀਰ ਚੰਦ ਚੌਹਾਨ ਹੋਣੀ ਆਪਣੇ ਬਰਮਿੰਘਮ ਤੋਂ, ਜਿਨ੍ਹਾਂ ਨੇ ਆਪਣੇ ਵਿਚਾਰ ਸਾਨੂੰ ਸਾਂਝੇ ਕੀਤੇ। ਤੁਸੀਂ ਵੀ ਸਾਨੂੰ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਦੱਸ ਸਕਦੇ ਹੋ। 0300 770 2246 ਨੰਬਰ ਹੈ। ਨਾਲ ਦੀ ਨਾਲ ਹੀ ਮੈਂ ਕਾਂਸ਼ੀ ਟੈਲੀਵਿਜ਼ਨ ਦੀ ਅਪੀਲ ਵੀ ਕਰਦਾ ਜਾਵਾਂ, ਸਾਨੂੰ ਤੁਹਾਡੀ ਮਾਇਕ ਸਹਾਇਤਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ, ਤਾਂ ਕਿ ਆਪਾਂ ਆਪਣੇ ਵਿਚਾਰ ਜਿਹੜੇ ਹੈਗੇ ਆ ਇਸ ਪਲੇਟਫਾਰਮ ਤੋਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਅਤੇ ਤੁਹਾਡੀਆਂ ਗੱਲਾਂ ਸਾਡੇ ਤੱਕ ਪਹੁੰਚਦੀਆਂ ਰਹਿਣ। ਸੋ ਇਸ ਕਰਕੇ ਜਿੰਨੀ ਵੀ ਤੁਸੀਂ ਮਦਦ ਕਰ ਸਕਦੇ ਆ। ਜੇ ਤੁਸੀਂ ਬਾਹਰ ਵੀ ਜਾਂਦੇ ਹੈਗੇ ਆ, ਜੋ ਕੋਈ ਬੀਅਰ ਦਾ ਗਲਾਸ ਵੀ ਪੀ ਜਾਂਦਾ 5 ਪਾਉਂਡ ਤੋਂ ਘੱਟ ਨਹੀਂ ਹੈ। ਜੇ ਫਿਸ਼ਿੰਗ ਚਿਪਸ ਤੁਸੀਂ ਖਾਣ ਜਾਂਦੇ ਜਿੱਦਾਂ ਫਰਾਈਡੇ ਨੂੰ ਆਮ ਕਰਕੇ ਲੋਕ ਲਿਆਉਂਦੇ ਆ, ਉਹ ਵੀ ਅੱਜ ਕੱਲ੍ਹ ਜਿਹੜੇ ਹੈਗੇ ਆ 15 ਪਾਉਂਡ ਤੋਂ ਘੱਟ ਨਹੀਂ ਹੁੰਦੇ, ਜਾਂ 10 ਪਾਉਂਡ ਲਾ ਲਓ ਜੇ ਕਿਤੇ ਸਸਤੇ ਕਿਤੇ ਮਿਲਦੇ ਹੋਣ। ਸੋ ਮੈਂ ਸਮਝ ਵੀ ਇਹ ਥੋੜ੍ਹੀ ਕੰਟਰੀਬਿਊਸ਼ਨ ਜਿਹੜੀ ਹੈਗੀ ਆ, ਉਹਦੇ ਨਾਲ ਹੀ ਇਹ ਟੈਲੀਵਿਜ਼ਨ ਚੱਲਦਾ। ਜੇ ਤੁਸੀਂ ਪ੍ਰੋਗਰਾਮ ਤੁਸੀਂ ਦੇਖੋ, ਸਾਡੇ 2 ਪ੍ਰੋਗਰਾਮ ਹੈਗੇ ਆ। ਮੇਰਾ ਜਾਣੀ ਕਿ ਜਿਹੜਾ ਹੁੰਦਾ ਟਿਊਜ਼ਡੇ ਹੁੰਦਾ, ਅੱਜ ਦਾ ਸਾਡਾ ਪ੍ਰੋਗਰਾਮ ਹੈਗਾ ਸਪੈਸ਼ਲ ਪ੍ਰੋਗਰਾਮ ਜਿਹੜਾ ਹੈਗਾ ਉਹ ਧਨਚੰਦ ਮਹੇ ਹੋਣੀ ਬੇਅੰਤ ਸਿੰਘ ਦਿੰਦੇ ਹੈ। ਆਪਣਾ ਦੇਸ਼ ਪ੍ਰਦੇਸ਼ ਪ੍ਰੋਗਰਾਮ ਹੈਗਾ। ਪੋਲੀਟੀਕਲ ਪ੍ਰੋਗਰਾਮ ਬਹੁਤ ਸਾਰੇ ਆਉਂਦੇ ਹੈ ਸਾਡੇ। ਫਿਰ ਸੋਸ਼ਲ ਪ੍ਰੋਗਰਾਮਸ ਬਹੁਤ ਸਾਰੇ ਆਉਂਦੇ ਹੈ। ਇਸ ਤੋਂ ਬਿਨਾਂ ਐਂਟਰਟੇਨਮੈਂਟ ਦੇ ਪ੍ਰੋਗਰਾਮ ਬਹੁਤ ਸਾਰੇ ਆਉਂਦੇ। ਧਾਰਮਿਕ ਪ੍ਰੋਗਰਾਮ ਅਸੀਂ ਦਿੰਦੇ ਹੈਗੇ ਹਾਂ, ਫਿਲਮਾਂ ਅਸੀਂ ਦਿਖਾਉਂਦੇ ਹੈਗੇ ਹਾਂ। ਜਾਣੀ ਕਿ ਤੁਹਾਨੂੰ ਜਿਹੜੇ ਗੀਤ ਸੰਗੀਤ ਵੀ ਜਿਹੜਾ ਹੈਗਾ ਤੁਹਾਡੇ ਅਸੀਂ ਸਾਹਮਣੇ ਪੇਸ਼ ਕਰਦੇ ਹੈਗੇ। ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਅਸੀਂ ਇੱਥੇ ਪੇਸ਼ ਕਰਦੇ ਹੈਗੇ ਹਾਂ। ਜੇ ਤੁਸੀਂ, ਮੈਂ ਅੱਗੇ ਵੀ ਬਹੁਤ ਵਾਰੀ ਗੱਲ ਕਰ ਚੁੱਕਾ, ਹੁਣ ਫੇਰ ਗੱਲ ਕਰਦਾ, ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਕੰਪੇਅਰ ਕਰਕੇ ਦੇਖੋ ਬਾਕੀ ਟੈਲੀਵਿਜ਼ਨ ਨਾਲ, ਐਂਡ ਦੈਨ ਯੂ ਸੀ ਦ ਡਿਫਰੈਂਸ ਵੀ ਸਾਡੇ ਇੱਥੇ ਕਾਂਸ਼ੀ ਟੈਲੀਵਿਜ਼ਨ 'ਤੇ ਕਿੰਨੀ ਵਰਾਇਟੀ ਹੈ ਪ੍ਰੋਗਰਾਮਾਂ ਦੀ ਅਤੇ ਬਾਕੀ ਟੈਲੀਵਿਜ਼ਨਾਂ 'ਤੇ ਕਿੰਨੀ ਕੁ ਵਰਾਇਟੀ ਹੈ। ਜੇ ਤੁਸੀਂ ਘਰ ਵਿੱਚ ਕੋਈ ਖੁਸ਼ੀ ਆਪਣੇ ਕਰ ਰਹੇ, ਕਿਸੇ ਬੱਚੇ ਦਾ ਜਨਮ ਦਿਨ ਹੈ, ਜਾਂ ਕਿਸੇ ਦੀ ਐਨਵਰਸਰੀ ਹੈ, ਮੈਰਿਜ ਐਨਵਰਸਰੀ ਹੈ, ਜਾਣ ਕੇ ਕੋਈ ਹੋਰ ਤੁਹਾਡੇ ਘਰ ਵਿੱਚ ਖੁਸ਼ੀ ਹੋਈ ਹੈ, ਕੋਈ ਬੱਚਾ ਪਾਸ ਹੋਇਆ ਹੈਗਾ, ਤੁਸੀਂ ਖੁਸ਼ੀ ਸਾਂਝੀ ਕਰਨਾ ਚਾਹੁੰਦੇ ਹੋ, ਤੁਸੀਂ ਉਹਦੇ ਨਾਲ ਵੀ ਕਾਂਸ਼ੀ ਟੈਲੀਵਿਜ਼ਨ ਦੇ ਨਾਲ ਸੰਪਰਕ ਕਰਕੇ ਆਪਣੀ ਖੁਸ਼ੀ ਨੂੰ ਸਾਂਝਾ ਕਰ ਸਕਦੇ ਹੋ। ਉਹ ਵੀ ਇੱਕ ਕਿਸਮ ਦੀ ਸਾਡੀ ਮਦਦ ਹੋਊਗੀ। ਜਾਂ ਤੁਸੀਂ ਕੋਈ ਆਪਣਾ ਧਾਰਮਿਕ ਅਕੀਦਾ ਤੁਹਾਡਾ ਹੈਗਾ, ਤੁਸੀਂ ਉਹਦੇ ਬਾਰੇ ਕੁਛ ਕਰਨਾ ਚਾਹੁੰਦੇ ਹੈਗੇ ਆ, ਫਿਰ ਵੀ ਤੁਸੀਂ ਕਾਂਸ਼ੀ ਟੈਲੀਵਿਜ਼ਨ ਨੂੰ ਜਿਹੜਾ ਸੰਪਰਕ ਕਰ ਸਕਦੇ ਆ। ਜਾਂ ਕਿ ਤੁਹਾਡਾ ਕੋਈ ਬਿਜ਼ਨਸ ਹੈ, ਉਹਦੀ ਐਡਵਰਟਾਈਜ਼ਮੈਂਟ ਵੀ ਜਿਹੜੀ ਹੈਗੀ ਤੁਸੀਂ ਕਾਂਸ਼ੀ ਟੈਲੀਵਿਜ਼ਨ 'ਤੇ ਕਰ ਸਕਦੇ ਆ, ਉਹਦੇ ਨਾਲ ਵੀ ਸਾਡੀ ਜਿਹੜੀ ਹੈਗੀ ਆ ਉਹ ਮਦਦ ਹੋ ਸਕਦੀ ਹੈ। ਕਮਿੰਗ ਬੈਕ ਟੂ ਦਾ ਜਿਹੜਾ ਵਲੰਟੀਅਰ ਕੰਮ ਦੀ ਗੱਲ ਮੈਂ ਕਰਦਾ ਸੀਗਾ, ਬਹੁਤ ਸਾਰੀਆਂ ਸੰਸਥਾਵਾਂ ਇੱਥੇ ਹੈਗੀਆਂ, ਚਿਲਡਰਨ ਸੁਸਾਇਟੀਜ਼ ਹੈਗੀਆਂ, ਕੈਂਸਰ ਨਾਲ ਰਿਲੇਟਡ ਸੁਸਾਇਟੀਜ਼ ਹੈਗੀਆਂ, ਆਰਥਰਾਈਟਿਸ ਦੀ ਸਪੋਰਟ ਗਰੁੱਪਸ ਹੈਗੇ, ਮੈਂਟਲ ਹੈਲਥ ਦੇ ਗਰੁੱਪਸ ਯਾਨੀ ਕਿ ਹੈ। ਇਹ ਲੋਕ ਯਾਨੀ ਕਿ ਜਿਹੜੇ ਹੈਗੇ ਆ, ਤੁਸੀਂ ਹੈਰਾਨ ਹੋਵੋਗੇ ਲੋਕ ਕਿੰਨਾ ਵਲੰਟੀਅਰ ਕੰਮ ਕਰਦੇ ਹੈ। ਤੁਸੀਂ ਹਸਪਤਾਲ ਵਿੱਚ ਜਾ ਕੇ ਕਿਸੇ ਦੀ ਯਾਨੀ ਕਿ ਉਹਨੂੰ ਉਹਦੇ ਨਾਲ ਬੈਠ ਸਕਦੇ ਹੈਗੇ, ਸਮਾਂ ਬਿਤਾ ਸਕਦੇ ਹੈ। ਬਹੁਤ ਸਾਰੇ ਲੋਕ ਹੈ ਜਿਹੜੇ ਆਈਸੋਲੇਟਡ ਹੋਏ ਆ, ਜਿਨ੍ਹਾਂ ਨੂੰ ਕੋਈ ਦੇਖਣ ਤੱਕ ਨਹੀਂ ਜਾਂਦਾ। ਆਪਣੇ ਓਲਡ ਪੀਪਲ ਹੋਮ ਯਾਨੀ ਕਿ ਜਿੱਥੇ ਉਹਨਾਂ ਵਿੱਚ ਬਹੁਤ ਸਾਰੇ ਆਪਣੇ ਬੰਦੇ ਹੈ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਗੱਲ ਨਹੀਂ ਕਰਨੀ ਆਉਂਦੀ, ਜਾਂ ਉਹਨਾਂ ਨੂੰ ਕੋਈ ਮਿਲਣ ਨਹੀਂ ਆਉਂਦਾ ਹੈਗਾ, ਤੁਸੀਂ ਉਹਨਾਂ ਕੋਲ ਜਾ ਕੇ ਆਪਣਾ ਟਾਈਮ ਜਿਹੜਾ ਹੈਗਾ ਬਤੀਤ ਕਰ ਸਕਦੇ ਹੈਗੇ ਆ। ਇਹ ਯਾਨੀ ਕਿ ਜਿਹੜਾ ਸਮਾਂ ਦੇਣਾ ਹੈਗਾ, ਇਹ ਕੁਆਲਿਟੀ ਟਾਈਮ, ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਖੁਸ਼ਗਵਾਰ ਹੋ ਸਕਦੀ ਹੈ। ਤੁਹਾਨੂੰ ਆਪ ਨੂੰ ਬਹੁਤ ਵੱਡਾ ਸਕੂਨ ਮਿਲੂਗਾ ਕਿ ਮੈਂ ਕੁਛ ਕਰ ਰਿਹਾ ਹੈਗਾ। ਜਾਂ ਕਿਸੇ ਬੱਚੇ ਨੂੰ ਤੁਸੀਂ ਟਿਊਸ਼ਨ ਪੜ੍ਹਾ ਸਕਦੇ ਹੈਗੇ ਆ, ਫ੍ਰੀ ਟਿਊਸ਼ਨ ਜਾਣੀ ਕਿ ਪੜ੍ਹਾ ਸਕਦੇ। ਮੈਂ ਇੰਡੀਆ ਵਿੱਚ ਸੀ, ਉੱਥੇ ਮੈਂ ਬਹੁਤ ਸਾਰੇ ਆਪਣੇ ਦੋਸਤਾਂ ਮਿੱਤਰਾਂ ਨੂੰ ਫ੍ਰੀ ਪੜ੍ਹਾਉਂਦਾ ਹੁੰਦਾ ਸੀ, ਅਤੇ ਉਹ ਅੱਜ ਤੱਕ ਮੇਰੇ ਦੋਸਤ ਹੈਗੇ, ਅਤੇ ਅੱਜ ਤੱਕ ਉਹ ਇਸ ਚੀਜ਼ ਨੂੰ ਰੈਕਗਨਾਈਜ਼ ਕਰਦੇ ਆ। ਸੋ ਮੈਂ ਸਮਝਦਾ ਵੀ ਯਾਨੀ ਕਿ ਜਿਹੜਾ ਵਲੰਟੀਅਰ ਕੰਮ ਹੈਗਾ ਉਹਦੀ ਰੈਕਗਨੀਸ਼ਨ ਹੁੰਦੀ ਹੈ। ਯੂ ਆਰ ਗਿਵਿੰਗ ਬੈਕ ਸਮਥਿੰਗ ਟੂ ਦ ਸੋਸਾਇਟੀ ਵਿਚ ਇਜ਼ ਵੈਰੀ ਇੰਪੋਰਟੈਂਟ। ਮੈਂ ਸਮਝਦਾ ਈਵਨ ਮੈਂ ਉਹਦੀ ਜਦੋਂ ਮੈਂ ਵਿਗਿਆਨੀ ਬਾਬੇ ਕਿਤਾਬ ਲਿਖੀ ਹੈ, ਜਿਹਦੇ ਵਿੱਚ ਜਿਹੜੇ ਸਾਇੰਸਦਾਨ ਹੈਗੇ ਉਹਨਾਂ ਦੀਆਂ ਬਾਇਓਗ੍ਰਾਫੀਜ਼ ਲਿਖੀਆਂ ਹੈਗੀਆਂ, ਅਤੇ ਉਹਦੇ ਵਿੱਚ ਜਦੋਂ ਮੈਂ ਲਿਖ ਰਿਹਾ ਸੀਗਾ ਖਰਾਨੇ ਦੀ, ਹਰਗੋਬਿੰਦ ਖਰਾਨਾ ਯਾਨੀ ਕਿ ਡਾਕਟਰ ਹਰਗੋਬਿੰਦ ਖਰਾਨਾ, ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਸੀ, ਆਪਣਾ ਪੰਜਾਬੀ ਸੀ, ਅਤੇ ਉਹ ਵੀ ਜਦੋਂ ਛੋਟਾ ਹੁੰਦਾ ਉਹ ਵੀ ਉਹਨਾਂ ਦੇ ਘਰ, ਉਹਨਾਂ ਦੇ ਪਿੰਡ ਯਾਨੀ ਕਿ ਛੋਟੇ ਜਿਹੇ ਪਿੰਡ ਵਿੱਚ ਜਿਹੜਾ ਡਾਕਖਾਨਾ ਸੀ, ਉੱਥੇ ਬੈਠ ਕੇ ਲੋਕਾਂ ਦੀਆਂ ਚਿੱਠੀਆਂ ਲਿਖਦਾ ਹੁੰਦਾ ਸੀ, ਚਿੱਠੀਆਂ ਪੜ੍ਹਦਾ ਹੁੰਦਾ ਸੀਗਾ। ਅਤੇ ਮੈਂ ਸਮਝ ਲਿਆ ਵੀ ਬਹੁਤ ਸਾਰੇ ਜਿਹੜੇ ਵਲੰਟੀਅਰ ਕੰਮ ਹੈਗੇ ਆ, ਉਹ ਤੁਹਾਨੂੰ ਕਿਤੇ ਤਾਂ ਕਿਤੇ ਯਾਨੀ ਕਿ ਲੈ ਜਾਂਦੇ ਹੈਗੇ। ਤੁਹਾਡਾ ਕਰੈਕਟਰ ਜਿਹੜਾ ਹੈਗਾ ਉਹਦੇ ਤੋਂ ਜਿਹੜਾ ਡਿਵੈਲਪ ਹੁੰਦਾ ਹੈਗਾ, ਤੁਸੀਂ ਲੋਕਾਂ ਤੋਂ ਬਹੁਤ ਕੁਛ ਲਰਨ ਕਰਦੇ ਹੈਗੇ ਆ। ਈਵਨ ਜੇ ਤੁਸੀਂ ਬਾਹਰਲੇ ਮੁਲਕਾਂ ਵਿੱਚ ਵੀ ਕਈ ਲੋਕ ਜਿਹੜੇ ਜਾਂਦੇ ਹੈ, ਇੱਥੋਂ ਦੇ ਗੋਰੇ ਗੋਰੀਆਂ ਜਿਹੜੇ ਕਿ ਹੈਲਪ ਕਰ ਲੈਂਦੇ ਆ, ਅਫਰੀਕਨ ਕੰਟਰੀਜ਼ ਵਿੱਚ ਜਾਂ ਇੰਡੀਆ ਵਿੱਚ ਬਹੁਤ ਸਾਰੇ ਕੰਮ ਹੈ ਜਿਹੜੇ ਬੱਚਿਆਂ ਨਾਲ ਕੀਤੇ ਜਾ ਸਕਦੇ, ਐਲਡਰਲੀ ਪੀਪਲ ਨਾਲ ਕੀਤੇ ਜਾ ਸਕਦੇ ਆ, ਡਿਸੇਬਲਡ ਪੀਪਲ ਨਾਲ ਕੀਤੇ ਜਾ ਸਕਦੇ ਆ। ਇਸ ਤੋਂ ਬਿਨਾਂ ਤੁਸੀਂ ਜਾਨਵਰਾਂ ਨਾਲ ਵੀ ਕਰ ਸਕਦੇ ਹੈਗੇ ਆ। ਬਹੁਤ ਸਾਰੇ ਲੋਕ ਜਿਹੜੇ ਹੈਗੇ ਆ, ਉਹ ਕਈਆਂ ਲੋਕਾਂ ਦੇ ਜਿਨ੍ਹਾਂ ਦੇ ਘਰ ਉਹਨਾਂ ਨੇ ਡੋਗ ਰੱਖਿਆ ਹੈਗਾ, ਉਹਨੂੰ ਬਾਹਰ ਨਹੀਂ ਲਿਜਾ ਸਕਦੇ ਹੈਗੇ, ਅਤੇ ਉਹਨੂੰ ਯਾਨੀ ਕਿ ਉਹ ਸੈਰ ਕਰਾਉਣ ਲਈ ਡੋਗ ਨੂੰ ਲੈ ਕੇ ਲੈ ਜਾਂਦੇ ਹੈ। ਯਾਨੀ ਕਿ ਜਾਂ ਕੋਈ ਬਿੱਲੀ ਦੀ ਲੁੱਕ ਆਫਟਰ ਕਰ ਰਿਹਾ ਹੈ, ਜਾਂ ਕਿਸੇ ਬੱਚਿਆਂ ਦੀ ਲੁੱਕ ਆਫਟਰ ਕੋਈ ਕਰ ਰਿਹਾ ਹੈਗਾ। ਇਹ ਸਾਰੇ ਜਿਹੜੇ ਵਲੰਟੀਅਰ ਕੰਮ ਹੈਗੇ ਆ,
ਤੁਸੀਂ ਹੈਰਾਨ ਹੋਗੇ ਲੈ ਵੀ ਨਾ ਤੁਹਾਨੂੰ ਕਿੰਨੀ ਸੈਟਿਸਫੈਕਸ਼ਨ ਮਿਲਦੀ ਹੈ, ਤੁਹਾਡੇ ਰਿਲੇਸ਼ਨਸ਼ਿਪ ਜਿਹੜੇ ਹੈਗੇ ਆ ਉਹ ਕਿੰਨੇ ਯਾਨੀ ਕਿ ਗੂੜੇ ਹੁੰਦੇ ਹੈ। ਮੈਂ ਤਾਂ ਆਪਣੀ ਗੱਲਾਂ ਕਰ ਜਾਣਾ, ਪਰ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦਾ। ਟੈਲੀਫੋਨ ਨੰਬਰ ਜਿਹੜਾ ਹੈਗਾ ਸਾਡਾ ਜਿਹੜਾ ਥੱਲੇ ਸਕਰੀਨ 'ਤੇ ਵੀ ਆ ਰਿਹਾ ਹੈਗਾ 0300 770 2246 ਅਤੇ ਸਰ ਤੋਂ ਅਜੇ ਵੀ 21 ਮਿੰਟ ਹੈ ਅਤੇ ਮੈਂ ਸੁਣਨ ਲਈ ਤੁਸੀਂ ਸਾਨੂੰ ਟੈਲੀਫੋਨ ਕਾਲ ਕਰੋ ਅਤੇ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਦਾ ਲਈ ਤੁਸੀਂ ਵਲੰਟੀਅਰ ਕੀ ਕੰਮ ਕਰਦੇ ਆ। ਜਿਸ ਤਰ੍ਹਾਂ ਪਹਿਲਾਂ ਅਸੀਂ ਗੱਲ ਕੀਤੀ, ਸਾਡੇ ਲੋਕ ਬਹੁਤ ਧਾਰਮਿਕ ਹੈਗੇ ਆ, ਉੱਥੇ ਪੈਸੇ ਵੀ ਦਿੰਦੇ ਹੈਗੇ ਆ, ਉੱਥੇ ਜਾ ਕੇ ਸੇਵਾ ਵੀ ਕਰਦੇ ਹੈਗੇ ਆ, ਪਰ ਇਸ ਤੋਂ ਬਿਨਾਂ ਤੁਸੀਂ ਹੋਰ ਕੀ ਕੰਮ ਕਰਦੇ ਹੈਗੇ ਆ? ਕੀ ਤੁਸੀਂ ਕੋਈ ਹੋਰ ਵੀ ਕੰਮ ਕਰਦੇ ਆ? ਕੀ ਤੁਸੀਂ ਜਿੱਦਾਂ ਏਜ ਕੰਸਰਨ ਹੈ ਉੱਥੇ ਸ਼ੋਪਾਂ ਉਹਨਾਂ ਦੀਆਂ ਹੈਗੀਆਂ, ਜਾਂ ਕਿਹੜਾ ਕੈਂਸਰ ਸਰਚ ਵਾਲਾ ਜਿਹੜਾ ਮੈਕਮਿਲਨ ਵਾਲਿਆਂ ਦੀਆਂ ਸ਼ੋਪਾਂ ਹੈਗੀਆਂ, ਜਾਂ ਰੈੱਡ ਕਰਾਸ ਦੀਆਂ ਸ਼ੋਪਾਂ ਹੈਗੀਆਂ, ਜਾਂ ਆਕਸਫੈਮ ਦੀਆਂ ਸ਼ੋਪਾਂ ਹੈਗੀਆਂ, ਉੱਥੇ ਜਾਣ ਕੇ ਕੰਮ ਕਰਦੇ ਆ। ਇਹ ਲੋਕ ਜਿਹੜੇ ਹੈਗੇ ਆ ਬਹੁਤ ਸਾਰੇ ਬਰਡ ਵਾਚਿੰਗ ਕਰਨ ਜਾਂਦੇ ਹੈਗੇ ਆ, ਜਾਂ ਸਟਾਰਸ ਨੂੰ ਉੱਪਰ ਦੇਖਦੇ ਹੈਗੇ ਵੀ ਉਹਨਾਂ ਦੀਆਂ ਮੂਵਮੈਂਟਸ ਯਾਨੀ ਕੀ ਹੋ ਰਹੀਆਂ ਹੈਗੀਆਂ, ਉਹ ਇਹਨਾਂ ਨੇ ਗਰੁੱਪ ਜਾਣ ਕੇ ਬਣਾਏ ਹੈ। ਜਾਂ ਕਿ ਜਿਹੜੇ ਹੈਗੇ ਆ ਡੌਗਸ ਨੂੰ ਪ੍ਰੋਟੈਕਟ ਕਰਨ ਲਈ RSPC ਇਹ ਵਗੈਰਾ ਯਾਨੀ ਕਿ ਆਰਗੇਨਾਈਜੇਸ਼ਨਸ ਹੈਗੀਆਂ ਜਿੱਥੇ ਯਾਨੀ ਕਿ ਲੋਕ ਹੈਲਪ ਕਰਦੇ ਹੈ। ਜੇ ਕਿਸੇ ਬੱਚਿਆਂ 'ਤੇ ਜਾਂ ਕਿ ਜਿਹੜਾ ਹੈਗਾ ਜਾਨਵਰਾਂ 'ਤੇ ਕੋਈ ਕਰੂਲਟੀ ਕਰਦਾ ਹੈਗਾ, ਉਹ ਬੱਚਿਆਂ ਨੂੰ ਦੱਸਦਾ ਹੈਗਾ NSPC ਸਰਗਰਮ 'ਤੇ, ਜੇ ਜਾਨਵਰਾਂ 'ਤੇ ਕੋਈ ਕਰੂਲਟੀ ਕਰਦਾ ਹੈਗਾ RSPCA ਯਾਨੀ ਕਿ ਉਹਨਾਂ ਨੂੰ ਦੱਸਦਾ ਹੈਗਾ, ਅਤੇ ਜੇ ਪੰਛੀਆਂ 'ਤੇ ਕੋਈ ਕਰਦਾ ਹੈਗਾ RSPB ਯਾਨੀ ਕਿ ਜਿਹੜਾ ਹੈਗਾ ਉਹਨਾਂ ਨਾਲ ਸੰਪਰਕ ਕਰਕੇ ਪੰਛੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੈ। ਜਾਂ ਇਨਵਾਇਰਮੈਂਟ ਨੂੰ ਕਲੀਨ ਕਰਨ ਲਈ ਤੁਸੀਂ ਕੀ ਕਰਦੇ ਆ? ਇਹ ਬਹੁਤ ਸਾਰੇ ਕੰਮ ਹੈ ਜਿਹੜੇ ਐਜ਼ ए वॉलंटियर किए जा सकते हैं। हेलो जी, कौन थे जी, कितों बोल रहे हैं जी? मैं अर्चना बोल रही हूँ बर्मिंघम से। अर्चना जी, की कहना चाहोगे तुसी? ये प्रोग्राम बहुत ही अच्छा है। मैं देख रही हूँ कि लोग, मैं हमेशा लास्ट में आना चाहती हूँ कि मैं लोगों के व्यूज सुनना चाहती हूँ। और आज देखा कि मेरे को नंबर मिल गया तो मैंने बोला चलो मैं जाऊँ। ये वॉलंटरी काम है, इसका मतलब है हेल्प करनी। हेल्प करनी निःशुल्क मीन्स बिना पैसे लिए किसी की हेल्प करनी। वो हेल्प किसी तरह की भी हो सकती है, जैसे अभी वॉरेन बफे हैं, जितने अगर उनको देखो जो बड़े बड़े लोग हैं, ये सब कितनी पैसा चैरिटी को देते हैं, तभी ये चैरिटी चल रही है। अगर NSPC देखिए, वहाँ पर पैसा देते हैं जो कि बच्चों के लिए वो लोग काम करते हैं। तो इसी तरह अगर हम लोग भी इसी तरह के काम करें तो लगता है कि बहुत अच्छा हुआ सोसाइटी के लिए। हम लोग एशियन पीपल यहाँ आए हैं, अगर हम एशियन लोगों के लिए ना केवल एशियन के बल्कि दूसरे लोगों के लिए भी देखें सोचें तो बहुत है। मुझे याद है मैं एक बार हॉस्पिटल गई, वहाँ एक शख्स, जैसे ही मैं अंदर जाने लगी तो उस समय मैं ठीक नहीं थी, मेरे हाथ में स्टिक थी, वॉकिंग स्टिक थी। वो शख्स एकदम गोरा था, वो मेरे पास आया, आके बोला क्या मैं आपकी हेल्प कर सकता हूँ? पहले तो मैंने सोचा ये कौन है, मुझे मालूम नहीं, क्योंकि हमारे दिल में पहले क्वेश्चन आता है कि कोई बिना पैसे लिए, कोई बिना मकसद के कोई क्यों किसी की हेल्प करेगा? तो मेरे से सीधा एक क्वेश्चन ये आया जो कि तो मैंने पूछा आप कहते मैं यहाँ वॉलंटरी काम कर रहा हूँ, अगर आपको मैडम कोई हेल्प चाहिए तो मैं आपकी हेल्प करता हूँ, कहाँ जाना है, कागज दिखाइए, मैं आपको सबमिट कर देता हूँ। मैंने बोला आई विल डू, मैं कर लूँगी, जहाँ मुझे आपकी जरूरत होगी मैं जरूर आपसे कहूँगी, थैंक यू वेरी मच, कह के मैं गई। यानी जो लोग नहीं जानते, जो लोग इंग्लिश नहीं जानते, जिनकी से इंग्लिश सेकंड लैंग्वेज है, उन लोगों के लिए वहाँ लोग खड़े हैं। और हम लोग जिनको थोड़ी बहुत भी इंग्लिश आती है, हम उनकी हेल्प कर सकते हैं। और मुझे याद है एक बार मैं हॉस्पिटल में थी तो वहाँ पर एक औरत चीख रही थी कि मेरे पेट में दर्द है, पर वहाँ की जो नर्सें थी दे डोंट अंडरस्टैंड कि वो क्या बोल रही है। उनका कसूर नहीं है क्योंकि उनको पंजाबी हिंदी नहीं आती, पर वो जोर जोर से बोल रही थी। तो मैं वहाँ थी, मैंने बोला ये लेडी शोर मचा रही है क्योंकि इसके स्टमक एक है, टमी एक है, तो इसकी हेल्प करो। उन्होंने फटाफट शुरू कर दिया हेल्प करनी। हमारे लोग जब हमारे घर में हम बैठे हैं, अगर हमारे पास कुछ नहीं काम करने को, तो हमारा दिमाग उल्टी सीधी बातें सोचेगा, हो सकता है हम डिमेंशिया में भी चल जाए। तो इस हालत में हम लोगों को वहाँ जाना चाहिए, ऐसे हॉस्पिटल में, ऐसे केयर होम में, जहाँ की हम उन लोगों की हेल्प कर सकें जिनकी इंग्लिश इज सेकंड लैंग्वेज, हम उनकी हेल्प कर सकते हैं। नॉट ओनली दैट बट ऑल्सो जो लोग लोनली है, जो हमारे लोग हैं वहाँ अगर केयर होम में बैठे हैं तो वो अपने आप, चाहे उनको इंग्लिश आती है पर स्टिल वो अपने आप को बीइंग एशियन डिफरेंट समझते हैं इन गोरों से। हमारा कल्चर डिफरेंट है, हमारा सब कुछ डिफरेंट है, तो हम उनके पास जाके थोड़ा सा समय व्यतीत कर सकते हैं। कई पेरेंट्स ऐसे हैं जिनको उनके बच्चे अपने घरों से ना रख के उन्हें केयर होम में छोड़ आए हैं और उनके पास ना समय नहीं है कि वो उनके पास जाके थोड़े एक वीकेंड जाके बैठ जाए थोड़ी देर के लिए, उनका दिल थोड़ा हल्का कर सके। नहीं, तो ऐसे लोगों के लिए जो दूसरे लोग हैं
हैं जो कि अब रिटायर हो चुके हैं या जिनके पास थोड़ा समय है, वीकेंड पे समय है, वो वहां जाके उन लोगों की मदद कर सकते हैं, उनकी हेल्प कर सकते हैं। मेरे को अभी तक याद है, मैंने एक जगह पढ़ा था, ये सच्ची बात है, एक शख्स था, वो बहुत ही रिच था, बहुत पैसे वैसे देता था, वो बहुत ही रिच था। एक बार वो अपने दोस्त के साथ वहां गया जहाँ डिसेबल पीपल थे। डिसेबल पीपल में वहां एक बच्चे थे जो कि, तो उस शख्स ने वहां पर व्हील चेयर लेकर गया कि मैं इनको व्हील चेयर दूंगा। नेक्स्ट ट्रिप में, नेक्स्ट टाइम जब गया फिर अपने दोस्त के साथ, वो व्हील चेयर लेके गया लोगों के लिए। तो एक बच्चा आया, उसने उसके पांव पकड़ लिए, तो वो कहता क्या चाहिए आपको, बच्चों वहां किसी आप तुम ये उठा रहे हो। कहता मैं ये सोच रहा हूँ कि आप कितने अच्छे हैं, आप जरूर स्वर्ग में ही जाएंगे, और अगर मैं भी स्वर्ग में गया तो मैं तुमको टच करके पहचान लूंगा कि आप हैं जिन्होंने मुझे व्हील चेयर दी थी, जो कि मैं चल नहीं सकता था। मैं व्हील चेयर मिलने के बाद अब मैं सब जगह घूम सकता हूँ, मैं गार्डन में जा सकता हूँ, सब जगह जा सकता हूँ। तब उस शख्स ने जो निकला, कहता आज तक मुझे इतनी खुशी कभी नहीं मिली, मैं इतना रिच हूँ, मैं इतनी जगह जाता हूँ, हॉलिडे जाता हूँ, मैं सब जगह जाता हूँ, इतनी खुशी, जितनी खुशी मुझे आज मिली है ये व्हील चेयर देखकर और इन बच्चों के मुंह पे मुस्कान देख के, जो खुशी देखकर, इतनी खुशी मुझे कभी नहीं मिली। यानी ये चीजें आपको हेल्प करनी है, वॉलंटरी मीन्स हेल्प करनी, डजंट मैटर किस वे में, आप टाइम लगा के हेल्प कर सकते हैं, आप पैसा दे के हेल्प कर सकते हैं, और किसी के अगर तुम्हारा नेक्स्ट डोर नेबर कुछ ओल्ड है उससे जाते समय पूछ दो आपको कुछ चाहिए तो नहीं, मैं शॉपिंग करने जा रहा हूँ, उनकी शॉपिंग में उनकी मदद कर सकते हो तुम। और अगर वो कहते हैं अगर चाहिए तो उनको ला के दो, उसके बाद जब आप ला के देंगे ना, अगर उनकी खुशी देखोगे ना तो आपका दिल छलछल करेगा, आपका दिल सोचेगा ना जाने आज मैंने किस भगवान को वो की। इंसान को अगर दूसरे इंसान की दुख को दूर करता है, यही पूजा है, ये पूजा है। जब तुम किसी की, कई लोग होते हैं किसी की आत्मा को ही खुश करना, किसी सोल को खुश करना ही पूजा है, तो यही है। अगर सच्चे दिल से अगर मैं मंदिर में जाती हूँ या गुरुद्वारे में जाती हूँ या किसी भी तीर्थ स्थान पे जाती हूँ, वहां मैं सुबह से शाम तक बैठी रहूँ, भजन करती रहूँ, पर अगर एक दिन मैं वो दिन इन चैरिटी शॉप में या ये केयर होम में या हॉस्पिटल्स में या कहीं भी ऐसी जगह, इवन अपने पड़ोसी के लिए और जो ओल्ड पीपल है उनके लिए अगर मैं कुछ काम करूं तो देखना आपको कितनी खुशी मिलेगी, उससे ज्यादा मिलेगी जो आप सारा दिन मंदिर में या किसी धार्मिक स्थान में गुजारते हो, पूजा करते, तुम्हें बहुत खुशी मिलेगी। इससे खुशी मिलेगी, आपका इम्यून सिस्टम बढ़ेगा, इस खुशी से इम्यून सिस्टम बढ़ेगा, आप और आगे जब वो खुशी देखोगे आपका दिल करेगा मैं और करूं, मैं और करूं, मैं और करूं। तो और कभी आप किसी को, बूढ़े इंसान को जो कि बहुत सारा हाथ में थैले उठा के जा रहा है, अगर आप उनको, मैं आपकी मदद कर सकता हूँ आपके थैले उठाने में, पूछ के अगर करो तो देखो कितना आनंद होगा। अगर हमसे ही कोई ये पूछे और हमारे हाथ में थैले भारी भारी थैले हैं, बैग्स है, अगर मुझसे कोई पूछे कि मैं तुम्हारी हेल्प कर दूं वहां तक ले जाना जहां तक जाना है, तो मेरे को लगता है मैं तो बहुत खुश होंगी। इवन बस में सीट देना किसी को, और किसी के बच्चा है उसको, और कोई डिसेबल बंदा उठ नहीं सकता, उसको थोड़ा सा सहारा देकर खड़ा करना, वो आपको दुआएं देगा। वो दुआएं जो है वो ही सच्ची पूजा है, वो ही दे तुम्हारे जो इष्ट है ना, तुम्हारे जो गॉड है वो तुम्हें खुश होके आशीर्वाद देंगे। यही सबसे अच्छा वो है। हाँ, कोई इंसान का बच्चा जो है अगर पढ़ने में कमजोर है, जैसे कि आपने कहा, उसको जरूर हेल्प कर दो। अगर कोई किताबें नहीं खरीद सकता, उसको किताब बुक्स लेके दे दो, उसको कपड़े नहीं खरीद सकता, कपड़े लेकर दे दो। किसी घर में खाना नहीं है, आजकल जो कोरोना चल रहा है, बहुत लोग बेरोजगार है, उनको हेल्प करो। और जाकर देखो स्ट्रीट पे लोग बैठे हुए हैं, आप पैसे मत दो, खाना दो उनको, क्योंकि कई लोग पैसा लेने के बाद शराब वगैरह पी लेते हैं। मैं नहीं कहती पैसे देकर उनकी हेल्प की जाए, आप घर से सैंडविचेस बना के ले आओ, मेरे को मालूम है मेरे हस्बैंड ऐसे करते हैं, वो सैंडविचेस बना के लेके जाते हैं, ड्रिंक्स लेके जाते हैं, और जितने भी स्टोर के बाहर अपने कार में रखते, जब देखते स्टोर के बाहर पे बैठा मांग रहा है तो वो उनको देते हैं, टाउन में जाते हैं वहां उनको देते हैं। सिर्फ ये चीजें जो है, वॉलंटरी का मतलब टाइम देना नहीं है, किसी तरह भी हेल्प करो। जैसे कि आज कांची टीवी है, उसको आपकी जरूरत है, अगर ये कांची टीवी बंद हो गया तो मुझे लगता है कि हम लोग ऐसे अच्छे अच्छे टॉपिक जो ये लेके आते हैं डॉक्टर साहब, हम इनसे वंचित हो जाएंगे, हम अपने आप को सुधार नहीं सकेंगे। किसी को क्रिटिसाइज ना किया जाए, उसको ये कहा जाए तुमने बहुत अच्छा किया, और अगर कोई गलत काम कर रहे तुमने ये गलत नहीं, तुमने ट्राई किया,
अच्छा काम आगे से ऐसा करना, ना कि किसी को क्रिटिसाइज करे। मतलब द होल मेरा कहने का मतलब है कोई भी सेवा करो, कोई भी काम करो, ये मत सोचो मुझे क्या मिलेगा। अरे मैं तो उसे घर 1 घंटा लगा के उसने तो मेरे को गालियां दी थी। तुम पीपल को चेंज कर सकते हो, उनके व्यूज को चेंज कर सकते हो, इवन अपने दुश्मन को चेंज कर सकते हो उसकी मदद करके। किसी तरह भी अगर उसकी मदद करोगे डायरेक्ट और इनडायरेक्ट वे, जब उसको मालूम पड़ेगा उसको अपने आप पर गिल्टी होगी, अपने आप पर शर्म आएगी, मेरा व्यवहार कैसा था और देखो इनका कितना अच्छा है, वो तुम्हारे पास आएगा। पर मैं फिर भी कहूंगी बिफोर आई गो कि ओल्ड पीपल की मदद कीजिए, केयर होम में जाइए और हॉस्पिटल में वो वॉलंटरी लोग ढूंढ रहे हैं, आप उसमें देखिए, गूगल पे जाइए, वॉलंटरी हेल्प कहाँ चाहिए वो तुमको बताएंगे। द हॉल किसी तरह भी आप उनकी मदद करो, पड़ोसी की, अपने बहन भाइयों की, अपने इंडिया में जो आपके कोई रिश्तेदार है, जहां भी हो, अगर कैसे भी हेल्प कर सकते हो जरूर करिएगा। इतना कहते मैं आप जाती हूँ। और आपका ये प्रोग्राम बहुत अच्छा है, यही नहीं आपके सारे प्रोग्राम अच्छे हैं जो कि लोगों को आगे बढ़ने का रास्ता दिखाते हैं। थैंक यू जी, थैंक यू वेरी मच। ओके जी, ਇਹ ਤਾਂ ਸੀ ਜੀ ਅਰਚਨਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਨੂੰ ਸਾਂਝੇ ਕੀਤੇ। ਬਹੁਤ ਸਾਰੇ ਵਲੰਟੀਅਰ ਜਿਹੜੀਆਂ ਗੱਲਾਂ ਹੈਗੀਆਂ ਜਿਸ ਦੁਨੀਆ ਵਿੱਚ ਵੀ ਦੇਖੋ, ਜਿਹੜੇ ਰੈਵੋਲੂਸ਼ਨ ਵੀ ਆਏ ਹੈ ਉਹਨਾਂ ਲੋਕਾਂ ਨੇ ਐਜ਼ ਏ ਵਲੰਟੀਅਰ ਕੰਮ ਕੀਤਾ ਹੈ। ਚਾਹੇ ਰਸ਼ੀਆ ਵਿੱਚ ਰੈਵੋਲੂਸ਼ਨ ਆਇਆ ਸੀ ਜਾਂ ਯਾਨੀ ਕਿਹੜਾ ਹੈਗਾ ਹੋਰ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜਿਹੜੇ ਰੈਵੋਲੂਸ਼ਨ ਆਏ ਸੀ, ਉਹ ਯਾਨੀ ਕਿਹੜੇ ਲੋਕੀ ਸੀ ਉਹ ਐਜ਼ ਏ ਵਲੰਟੀਅਰ ਇਕੱਠੇ ਹੋ ਕੇ ਉਹਨਾਂ ਨੇ ਮਹਿਸੂਸ ਕੀਤਾ ਵੀ ਇਸ ਸਿਸਟਮ ਨੂੰ ਚੇਂਜ ਕਰਨ ਦੀ ਜ਼ਰੂਰਤ ਹੈਗੀ ਆ, ਇਸ ਇਨਜਸਟਿਸ ਦੇ ਖਿਲਾਫ ਯਾਨੀ ਕਿ ਲੜਨ ਦੀ ਜ਼ਰੂਰਤ ਹੈਗੀ ਆ। ਐਮਨੈਸਟੀ ਇੰਟਰਨੈਸ਼ਨਲ ਵਗੈਰਾ ਜਿਹੜੀ ਆਰਗੇਨਾਈਜੇਸ਼ਨਸ ਹੈਗੀਆਂ ਇਹ ਵੀ ਐਜ਼ ਏ ਵਲੰਟੀਅਰ ਸ਼ੁਰੂ ਹੋਈਆਂ ਸੀਗੀਆਂ। ਈਵਨ ਐਂਬੂਲੈਂਸ ਵੀ ਜਿਹੜੀ ਸੀਗੀ ਐਜ਼ ਏ ਵਲੰਟੀਅਰ ਯਾਨੀ ਕਿ ਸ਼ੁਰੂ ਸੀ ਹੋਈ। ਅਤੇ ਮੈਂ ਸਮਝਦਾ ਵੀ NSPCC ਹੈ ਜਿਹੜੀ ਕਿ ਬੱਚਿਆਂ ਨੂੰ ਪ੍ਰੋਟੈਕਟ ਕਰਦੀ ਹੈ, ਉਹ ਵੀ ਐਜ਼ ਏ ਵਲੰਟੀਅਰ ਯਾਨੀ ਕਿ ਸ਼ੁਰੂ ਸੀ ਹੋਈ। ਇਹ ਨੋਨ ਜਿਹੜਾ ਹੈਗਾ ਗੌਰਮੈਂਟਲ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਹੈਗੀਆਂ, ਬਹੁਤ ਸਾਰੀਆਂ ਬੱਚਿਆਂ ਦੀਆਂ ਸੁਸਾਇਟੀਆਂ ਜਿਹੜੀਆਂ, ਜਿਸ ਤਰ੍ਹਾਂ ਮੈਂ NSPCC ਦੀ ਗੱਲ ਕੀਤੀ ਆ, ਜਾਂ ਕਿਹੜਾ ਮੈਂਟਲ ਹੈਲਥ ਨਾਲ ਕੰਸਰਨ ਹੈ, ਮਾਈਂਡ ਵਗੈਰਾ, ਜਾਂ ਕਿ ਡਿਸੇਬਲਡ ਲੋਕਾਂ ਨਾਲ ਜਿਹੜੀਆਂ ਕੰਸਰਨ ਹੈਗੀਆਂ, ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਉਹ ਇਸ ਮੁਲਕ ਦੇ ਵਿੱਚ ਐਜ਼ ਏ ਵਲੰਟੀਅਰ ਯਾਨੀ ਕਿ ਸ਼ੁਰੂ ਸੀ ਹੋਈਆਂ। ਅਤੇ ਮੈਂ ਸਮਝਦਾ ਵੀ ਇਹ ਬਹੁਤ ਜ਼ਰੂਰੀ ਹੈ ਵੀ ਅਸੀਂ ਜਿਹੜਾ ਕੰਮ ਕਰਦੇ ਹੈਗੇ ਆ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਲੋਕੀ ਮਿਲਣਗੇ, ਤੁਸੀਂ ਤੁਹਾਡਾ ਸਾਥ ਵੀ ਬਣੂਗਾ। ਹੈਲੋ ਜੀ, ਕੌਣ ਤੇ ਜੀ, ਕਿੱਥੋਂ ਬੋਲ ਰਹੇ ਜੀ? ਹੈਲੋ ਡਾਕਟਰ ਸਾਹਿਬ, ਨਮਸਕਾਰ, ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭਾਰਤ। ਮਾਨ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਵਲੰਟੀਅਰ ਕੰਮ ਬਾਰੇ? ਤੁਹਾਡਾ ਪ੍ਰੋਗਰਾਮ ਬਹੁਤ ਹੈ ਜੀ ਵਲੰਟਰੀ ਕੰਮ ਦਾ। ਜਿਹੜੇ ਨਾ ਜਦੋਂ ਅਸੀਂ ਇਸ ਕੰਟਰੀ 'ਚ ਆਏ ਹਾਂ ਜੀ ਡਾਕਟਰ ਸਾਹਿਬ, ਹਾਂ, ਉਸ ਵੇਲੇ ਲੋਕਾਂ ਨੂੰ ਕੰਮ ਨਹੀਂ ਸੀ ਮਿਲਦੇ। ਹਾਂ, ਤੇ ਮੈਂ ਤਕਰੀਬਨ 2 ਸ਼ੂ ਲਿਆਇਆ ਸੀ ਇੰਡੀਆ ਤੋਂ। ਅੱਛਾ ਜੀ। ਜਿਹੜੇ ਦੋਨੋਂ ਘੱਟ ਗਏ ਕੰਮ ਟੋਲਦਿਆਂ ਨੂੰ। ਉਸ ਤੋਂ ਬਾਅਦ ਮੈਨੂੰ ਕੰਮ ਮਿਲ ਗਿਆ ਤੇ ਮੈਂ ਸੋਚਿਆ ਵੀ ਜਿੱਦਾਂ ਮੈਂ ਸਫ਼ਰ ਕੀਤਾ ਆ ਉਦਾਂ ਦੂਸਰਾ ਹੋਰ ਮੇਰਾ ਕੋਈ ਭਾਈ ਸਫ਼ਰ ਨਾ ਕਰੇ। ਹਾਂਜੀ ਹਾਂਜੀ। ਜਿੱਥੇ ਕੰਮ ਤੇ ਲੱਗ ਗਿਆ, ਮੈਂ ਜਿਹਨੂੰ ਵੀ ਲੋੜ ਪਈ ਨਾ ਉੱਥੇ ਮੈਂ ਕੰਮ ਤੇ ਮਤਲਬ ਉਹਨਾਂ ਨੂੰ ਲਾਉਣਾ ਸ਼ੁਰੂ ਕੀਤਾ। ਔਰ ਕੰਮ ਤੇ ਪਤਾ ਨਹੀਂ ਕਿੰਨੇ ਬੰਦੇ ਮੈਂ ਅਣਗਿਣਤ ਲਵਾਏ ਆਪਣੇ ਉੱਥੇ ਕੰਮ ਤੇ। ਉੱਥੇ ਮੈਂ 35 ਸਾਲ ਕੰਮ ਕੀਤਾ, ਉੱਥੇ ਮੈਂ ਹੈਡ ਸੁਪਰਵਾਈਜ਼ਰ ਸੀ। ਵਾਹ ਵਾਹ। ਤੇ ਮਤਲਬ ਮੇਰਾ ਕਹਿਣ ਦਾ ਮਤਲਬ ਹੁੰਦਾ ਇਹ ਹੁੰਦਾ। ਤੇ ਜਦੋਂ ਵੀ ਅਸੀਂ ਦੂਸਰੇ ਇੱਥੇ ਆਏ ਆ ਤਾਂ ਮੈਂ ਇੱਕ ਹਿੰਦੀ ਪੜ੍ਹਨ ਵਾਲਾ, ਉਸ ਵੇਲੇ 1963 ਦੀ ਗੱਲ ਆ, ਮੈਂ ਇੱਥੇ ਇਕੱਲਾ ਹੀ ਸੀਗਾ, ਹਿੰਦੀ ਲੋਕੀ ਪੜ੍ਹ ਨਹੀਂ ਸੀ ਸਕਦੇ। ਜਿੰਨੇ ਸਾਡੇ ਲੋਕ ਯੂਪੀ ਤੋਂ ਆਉਂਦੇ ਸੀ ਨਾ, ਸ਼ਿਪਾਂ ਦੇ ਵਿੱਚ ਉਤਰ ਕੇ ਇੱਥੇ ਰਹਿਣ ਲੱਗ ਪੈਂਦੇ ਸੀ, ਉਹ ਹਿੰਦੀ ਆਉਂਦੀ ਸੀ, ਉਹਨਾਂ ਕੋਲ ਲੈਟਰ ਲਿਖਣ ਵਾਲਾ ਕੋਈ ਨਹੀਂ ਸੀ ਹੁੰਦਾ। ਅੱਛਾ ਜੀ। ਜਿੰਨੇ ਵੀ ਲੈਟਰ ਲਿਖਣੇ ਮੈਂ ਹੀ ਉਹਨਾਂ ਦੇ ਲੈਟਰ ਲਿਖਣੇ, ਉਹਨੂੰ ਪੜ੍ਹਨੇ। ਤੇ ਮਤਲਬ ਇਹ ਦੇਖ ਲਓ ਜਾਣੀ ਜਿੰਨਾ ਚਿਰ ਉਹ ਉਹਨਾਂ ਦੇ ਨਾਲ ਸੰਬੰਧ ਰਿਹਾ, ਉਹਨਾਂ ਦੇ ਲੈਟਰ ਪੜ੍ਹਨੇ, ਉਹਨਾਂ ਦੇ ਲੈਟਰ ਲਿਖਣੇ। ਤੁਸੀਂ ਇਹ ਦੇਖੋ ਮਾਨ ਸਾਹਿਬ ਲੈ ਵੀ ਜਿਹੜੀਆਂ ਤੁਸੀਂ ਗੱਲਾਂ ਕਰਦੇ ਆ ਜਾਂ ਬਾਕੀ ਕਾਲਰਸ ਨੇ ਸਾਰਿਆਂ ਨੇ ਗੱਲਾਂ ਕੀਤੀਆਂ, ਜੇ ਯਾਨੀ ਕਿ ਉਹਨਾਂ ਦੀ ਕੋਈ ਉਹ ਮਦਦ ਨਾ ਕਰ ਸਕਦਾ ਤੇ ਉਹਨਾਂ ਦੀ ਲਾਈਫ ਦੇਖੋ ਲੈ ਵੀ ਕਿੰਨੀ ਮਿਜ਼ਰੇਬਲ ਹੈ। ਉਹਨਾਂ ਨੂੰ ਪਤਾ ਹੀ ਨਹੀਂ, ਉਹ ਘਰੋਂ ਆਇਆ ਲੈਟਰ ਪੜ੍ਹ ਨਹੀਂ ਸੀ ਸਕਦੇ, ਲਿਖ ਨਹੀਂ ਸੀ ਸਕਦੇ। ਕਿੰਨੀ ਵੱਡੀ ਮਜਬੂਰੀ ਹੈ। ਹਾਂਜੀ। ਤੇ ਦੂਸਰੀ ਗੱਲ ਹੈ ਕਿ ਜਦੋਂ ਅਸੀਂ ਇੱਥੇ ਆਏ ਹੈਗੇ ਆ, ਉਸ ਵੇਲੇ ਜਿਹੜੇ ਲੋਕ ਸੀਗੇ ਨਾ, ਹੁਣ ਦੀ ਗੱਲ ਹੈ, ਮੈਂ ਤਾਂ ਹੁਣ ਤੋਂ ਗੱਲ ਕਰਦਾ, ਆ ਜਿਹੜੇ ਨਾ ਬੱਚਿਆਂ ਦਾ ਆਉਂਦਾ ਹੈਗਾ ਆ ਐਡਵਰਟਾਈਜ਼ਮੈਂਟ, ਸੇਵ ਦਾ ਚਿਲਡਰਨ, ਔਰ ਉਹਨਾਂ ਨੂੰ ਮੈਂ ਹਰ ਮਹੀਨੇ ਇੱਕ ਤਾਂ ਪਾਣੀ ਵਾਸਤੇ, ਤੇ ਦੂਸਰਾ ਉਹਨਾਂ ਦੀ ਅੱਖਾਂ ਦੇ ਇਲਾਜ ਵਾਸਤੇ, ਤੇ ਤੀਸਰਾ ਉਹਨਾਂ ਦੇ ਉਦਾਂ ਇਲਾਜ ਵਾਸਤੇ। ਅੱਛਾ ਜੀ। ਹਰੇਕ ਸਾਲ ਮੈਨੂੰ 20 ਸਾਲ ਹੋ ਗਏ ਉਹਨਾਂ ਨੂੰ ਪੈਸੇ ਡੋਨੇਟ ਕਰਦਾ ਵਾਂ। ਵੰਡਰਫੁਲ ਵੰਡਰਫੁਲ। ਇਹ ਜਿਹੜੀਆਂ ਚੀਜ਼ਾਂ ਹਰ ਇੱਕ ਇਨਸਾਨ ਨੂੰ ਕਰਨਾ ਚਾਹੀਦਾ। ਕੋਈ ਵੀ ਬੱਚਾ ਜਿਹੜਾ ਗਰੀਬ ਆ ਉਹ ਪੜ੍ਹ ਨਹੀਂ ਸਕਦਾ, ਔਰ ਇੰਡੀਆ ਦੇ ਵਿੱਚ ਵੀ ਅਸੀਂ ਜਿਹੜੇ ਬੱਚੇ ਨਹੀਂ ਪੜ੍ਹਦੇ ਉਹਨਾਂ ਨੂੰ ਵੀ ਹੈਲਪ ਕਰਦੇ ਹਾਂ। ਉੱਥੇ ਸਾਡੀ ਆਰਗੇਨਾਈਜੇਸ਼ਨ ਹੈਗੀ, ਤੇ ਉਹ ਸਾਰੇ ਬੱਚਿਆਂ ਨੂੰ ਜਿਹੜਾ ਨਹੀਂ ਪੜ੍ਹ ਸਕਦਾ ਉਹਨੂੰ ਐਜੂਕੇਸ਼ਨ ਦਾ ਪ੍ਰਬੰਧ ਕਰਦੇ, ਸਾਰਾ ਕੁਝ ਕਰਦੇ ਆ। ਇਹ ਜਿਹੜੇ
ਜਿਹੜੀ ਵਲੰਟੀਅਰ ਇਸ ਲੋਕੋ ਜਿਹੜਾ ਬੱਚਾ ਪੜ੍ਹ ਜਾਵੇਗਾ ਉਹ ਤੁਹਾਨੂੰ ਦਵਾ ਦੇਗਾ। ਇਹ ਜਿਹੜੇ ਚੀਜ਼ਾਂ ਹਰੇਕ ਬੰਦੇ ਨੂੰ ਕਰਨੇ ਚਾਹੀਦੇ ਆ। ਤੁਸੀਂ ਘੱਟ ਖਰਚ ਕਰ ਲਓ, ਇੱਕ ਰੋਟੀ ਘੱਟ ਖਾ ਲਓ, ਬੱਚਿਆਂ ਦੀ ਪੜ੍ਹਾਈ ਤੇ ਜ਼ਰੂਰ ਆਪਣਾ ਉਹ ਜਿਹੜੇ ਬੱਚੇ ਨਹੀਂ ਪੜ੍ਹ ਸਕਦੇ ਉਹਨਾਂ ਦਾ ਜ਼ਰੂਰ ਪ੍ਰਬੰਧ ਕਰਕੇ ਦਿਓ। ਪਰ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਹੁੰਦਾ ਤੇ ਉਦੋਂ ਪ੍ਰੋਗਰਾਮ ਤੇ ਤੁਹਾਡੇ ਨਾਲ ਮੁਲਾਕਾਤ ਹੋਈ ਚੰਦ ਕੁ ਮਿੰਟ ਤੇ, ਉਹ ਤੋਂ ਬਾਅਦ ਫਿਰ ਅਸਲ 'ਚ ਘਰ ਕਿਸੇ ਨੇ ਆਉਣਾ ਸੀ ਤੇ ਮੈਨੂੰ ਉੱਥੋਂ ਦੌੜਨਾ ਪਿਆ। ਅੱਛਾ ਜੀ। ਨਹੀਂ ਤਾਂ ਮੈਂ ਮਿਲਣਾ ਸੀ, ਤੁਹਾਨੂੰ ਵੀ ਮਿਲਣਾ ਸੀ, ਬਾਕੀ ਸਾਥੀਆਂ ਨੂੰ ਮਿਲਣਾ ਸੀਗਾ। ਜੇ ਦੌੜਨਾ ਹੀ ਸੀਗਾ ਮੈਂ ਵੀ ਨਾਲ ਦੌੜ ਪੈਣਾ ਸੀ। ਕੋਈ ਨਹੀਂ, ਸੌਰੀ ਟੂ ਆਈ ਮਿਸ ਯੂ, ਕਿਉਂਕਿ ਨਹੀਂ ਤਾਂ ਬੈਠਦੇ ਘਰ ਹੀ ਬੈਠਦੇ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਮਾਨ ਸਾਹਿਬ, ਥੈਂਕ ਯੂ ਜੀ, ਥੈਂਕ ਯੂ। ਇਹ ਤਾਂ ਸੀ ਪ੍ਰੇਮ ਮਾਨ ਹੋਣੀ ਲੰਡਨ ਤੋਂ, ਜਿਨ੍ਹਾਂ ਨੇ ਟੈਲੀਫੋਨ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਸਾਡੇ ਤੋਂ ਅਜੇ ਵੀ 6 ਮਿੰਟ ਹੈ। ਸਾਡਾ ਟੈਲੀਫੋਨ ਲਾਈਨਸ ਅਜੇ ਵੀ ਖੁੱਲ੍ਹੀਆਂ ਹੈਗੀਆਂ, 0300 770 2246 ਨੰਬਰ ਹੈ। ਵਲੰਟੀਅਰ ਜਿਹੜਾ ਕੰਮ ਹੈਗਾ ਇਹ ਬਹੁਤ ਸਾਰਾ ਗੈਪ ਜਿਹੜਾ ਹੈਗਾ ਉਹ ਪੂਰਾ ਕਰਦੀਆਂ ਹੈਗੀਆਂ। ਫੋਰ ਐਗਜ਼ਾਮਪਲ ਜਿਹੜੀਆਂ ਸਟੈਚੂਟਰੀ ਆਰਗੇਨਾਈਜੇਸ਼ਨਸ ਹੈਗੀਆਂ, ਜੇ ਆਪਾਂ ਇਸ ਮੁਲਕ ਵਿੱਚ ਵੀ ਗੱਲ ਕਰੀਏ, ਜਿਹੜਾ ਕੰਮ ਸਟੈਚੂਟਰੀ ਆਰਗੇਨਾਈਜੇਸ਼ਨਸ ਕਰਦੀਆਂ ਹੈਗੀਆਂ ਉਹ ਉਸ ਗੈਪ ਨੂੰ ਸ਼ਾਇਦ ਨਾ ਪੂਰਾ ਕਰ ਸਕਣ ਜਿਹੜਾ ਕਿ ਵਲੰਟਰੀ ਜਿਹੜਾ ਹੈਗਾ ਕੰਮ ਉਹ ਪੂਰਾ ਕਰਦਾ ਹੈਗਾ। ਜਿਹਦਾ ਸਮੈਰਟਨ ਵਗੈਰਾ ਹੈ, ਇਹ ਲੋਕਾਂ ਨੂੰ ਕਾਉਂਸਲਿੰਗ ਕਰਦੇ ਹੈਗੇ। ਬਹੁਤ ਸਾਰੀਆਂ ਇਹੋ ਜਿਹੀਆਂ ਆਰਗੇਨਾਈਜੇਸ਼ਨਸ ਹੈ ਇਸ ਮੁਲਕ ਵਿੱਚ ਜਿੱਦਾਂ ਵੂਮਨਸ ਡੋਮੈਸਟਿਕ ਵਾਇਲੈਂਸ ਦੀ ਨੂੰ ਪ੍ਰੋਟੈਕਟ ਕਰਨ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਵੂਮਨਸ ਨੂੰ ਇੰਪਾਵਰ ਕਰਦੀਆਂ ਹੈਗੀਆਂ ਉਹ ਆਰਗੇਨਾਈਜੇਸ਼ਨਸ ਹੈਗੀਆਂ। ਸੋ ਮੈਂ ਮਹਿਸੂਸ ਇਹ ਕਰਦਾ ਹੈਗਾ ਜਿਹੜੀਆਂ ਵਲੰਟਰੀ ਆਰਗੇਨਾਈਜੇਸ਼ਨਸ ਹੈਗੀਆਂ ਜਿੱਥੇ ਤੁਸੀਂ ਐਜ਼ ਏ ਵਲੰਟੀਅਰ ਕੰਮ ਕਰਦੇ ਆ, ਜਿਸ ਤੁਹਾਨੂੰ ਕੋਈ ਪੈਸਾ ਨਹੀਂ ਮਿਲਦਾ ਹੈਗਾ, ਉਹ ਯਾਨੀ ਕਿ ਜਿਹੜਾ ਕੰਮ ਹੈਗਾ ਤੁਸੀਂ ਆਪਣੀ ਸਕਿੱਲ ਦੇ ਕੇ ਜਿਹੜਾ ਹੈਗਾ ਉਸ ਕੰਮ ਨੂੰ ਵਧਾਉਂਦੇ ਹੈਗੇ ਅਤੇ ਉਹਨਾਂ ਲੋਕਾਂ ਦੀ ਮਦਦ ਕਰਦੇ ਜਿਨ੍ਹਾਂ ਨੂੰ ਤੁਹਾਡੇ ਕੰਮ ਦੀ ਬਹੁਤ ਵੱਡੀ ਜ਼ਰੂਰਤ ਹੈਗੀ ਆ। ਮੈਂ ਸਮਝਦਾ ਵੀ ਇਦੋਂ ਵੱਡਾ ਹੋਰ ਕੋਈ ਕੰਮ ਨਹੀਂ ਹੋ ਸਕਦਾ। ਸੋ ਆਪਣੇ ਸਮੇਂ ਨੂੰ ਨਸ਼ਟ ਕਰਨ ਦੀ ਬਜਾਏ ਸ਼ਰਾਬਾਂ ਪੀਣ ਵਿੱਚ ਯਾਨੀ ਕਿ ਜਾਂ ਡਰੱਗ ਖਾਣ ਵਿੱਚ ਯਾਨੀ ਕਿ ਜਾਂ ਜਿਹੜਾ ਹੈਗਾ ਗੱਪਾਂ ਮਾਰਨ ਵਿੱਚ, ਚੁਗਲੀਆਂ ਕਰਨ ਵਿੱਚ, ਲੋਕਾਂ ਦੀ ਬਦਖੂਹੀਆਂ ਕਰਨ ਵਿੱਚ ਉਹ ਸਮਾਂ ਬਿਤਾਉਣ ਦੀ ਬਜਾਏ ਜੇ ਤੁਸੀਂ ਇਹਨੂੰ ਕੰਸਟਰਕਟਿਵ ਵੇ ਨਾਲ ਆਪਣੇ ਸਮੇਂ ਨੂੰ ਯੂਜ਼ ਕਰੋ, ਯੂ ਵਿਲ ਬੀ ਅਮੇਜ਼ਡ। ਤੁਹਾਨੂੰ ਰਾਤ ਨੂੰ ਨੀਂਦ ਵੀ ਚੰਗੀ ਆਊਗੀ, ਤੁਸੀਂ ਆਪਣੇ ਆਪ ਵਿੱਚ ਭਰੇ ਭਰੇ ਮਹਿਸੂਸ ਕਰੋਗੇ। ਤੁਹਾਨੂੰ ਲੱਗੂਗਾ ਵੀ ਮੈਂ ਜਿਹੜਾ ਹੈਗਾ ਕੋਈ ਸਾਰਥਕ ਕੰਮ ਕੀਤਾ ਹੈ, ਮੇਰੀ ਜ਼ਿੰਦਗੀ ਦਾ ਕੋਈ ਮਤਲਬ ਹੈ, ਇਹ ਮੈਂ ਸਾਰਥਕ ਜ਼ਿੰਦਗੀ ਜੀ ਰਿਹਾ ਹੈਗਾ, ਨਾ ਕਿ ਮੈਂ ਐਵੇਂ ਯਾਨੀ ਕਿ ਖਾ ਪੀ ਕੇ ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਦੁਨੀਆ ਤੋਂ ਚਲ ਗਿਆ ਹੈਗਾ। ਜੇ ਅਸੀਂ ਇਸ ਦੁਨੀਆ ਨੂੰ ਬਹੁਤ ਵਧੀਆ ਬਣਾ ਸਕੀਏ, ਜਿੱਥੇ ਵੀ ਤੁਸੀਂ ਕਰਦੇ ਹੈ ਕੰਮ, ਜਿਹੋ ਜਿਹਾ ਵੀ ਕੰਮ ਕਰਦੇ ਹੈਗੇ, ਮੇਕ ਇਟ ਮੋਰ ਬਿਊਟੀਫੁਲ। ਇਹਨੂੰ ਕਿੱਦਾਂ ਇਨਕੇ ਹੋਰ ਅਸੀਂ ਵਧੀਆ ਬਣਾ ਸਕਦੇ ਹੈਗੇ, ਕਿੱਦਾਂ ਇਨਕੇ ਲੋਕਾਂ ਦਾ ਬਹੁਤ ਸਾਰਾ ਇਹਦੇ ਵਿੱਚ ਫਾਇਦਾ ਹੋ ਸਕਦਾ ਹੈਗਾ। ਜਿਹੜੇ ਬੰਦੇ ਬਹੁਤ ਜ਼ਿਆਦਾ ਰੂਡ ਹੈਗੇ ਆ, ਜਿਹੜੇ ਜੇ ਤੁਹਾਡਾ ਉਹ ਅਨਗ੍ਰੇਟਫੁਲ ਹੈਗੇ ਆ, ਇਟ ਇਜ਼ ਦੇਅਰ ਪ੍ਰੋਬਲਮ, ਦੈਟਸ ਨਾਟ ਯੂਅਰ ਪ੍ਰੋਬਲਮ। ਯਾਨੀ ਕਿ ਉਹਨਾਂ ਬੰਦਿਆਂ ਤੋਂ ਦੂਰ ਰਹੋ। ਜਿਹੜੇ ਬੰਦੇ ਨੈਗੇਟਿਵ ਹੈਗੇ ਆ, ਜਿਹੜੇ ਯਾਨੀ ਕਿ ਤੁਹਾਨੂੰ ਡਿਸਕਰੇਜ ਕਰਦੇ ਹੈ, ਜਿਹੜੇ ਤੁਹਾਡੇ ਵਿੱਚ ਇਹ ਲੱਭ ਦਿੰਦੇ ਨਹੀਂ ਜੀ ਇਹ ਕਿੱਥੇ ਜੀ ਕੰਮ ਕਰਦਾ ਹੁਣ ਐਜ਼ ਏ ਵਲੰਟੀਅਰ, ਨੂੰ ਤਾਂ ਪੈਸੇ ਮਿਲਦੇ ਹੈ। ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਤੂੰ ਯਾਰ ਉੱਥੇ ਟੈਲੀਵਿਜ਼ਨ 'ਤੇ ਜਾਣਾ ਹੈਗਾ, ਤੂੰ ਰੇਡੀਓ 'ਤੇ ਵੀ ਯਾਨੀ ਕਿ ਪ੍ਰੋਗਰਾਮ ਦੇਣਾ ਹੈ, ਗੱਲਾਂ ਬਾਤਾਂ ਕਰਦਾ ਹੈਗਾ, ਤੈਨੂੰ ਪੈਸੇ ਮਿਲਦੇ ਹੋਣੇ। ਮੈਂ ਕਿਹਾ ਹਾਂ ਮੈਨੂੰ ਪੈਸੇ ਮਿਲਦੇ ਆ। ਉਹ ਮੈਨੂੰ ਉਹਨਾਂ ਨੇ ਹੁਣ ਇਹ ਕਿਹਾ ਹੈਗਾ ਬੈਂਕ ਵਾਲਿਆਂ ਨੇ ਵੀ ਤੇਰੀਆਂ ਸਾਰੀਆਂ ਯਾਨੀ ਕਿ ਬੈਂਕਾਂ ਭਰ ਗਈਆਂ ਅਤੇ ਤੂੰ ਆਪਣੇ ਦੋਸਤਾਂ ਮਿੱਤਰਾਂ ਦਾ ਅਕਾਊਂਟ ਨੰਬਰ ਸਾਨੂੰ ਦੇ ਦੇ ਵੀ ਅਸੀਂ ਉਹਨਾਂ ਵਿੱਚ ਪੈਸੇ ਭਰਿਆ ਕਰਾਂਗੇ। ਇਹ ਯਾਨੀ ਕਿ ਗੱਲਾਂ ਉਹੀ ਬੰਦੇ ਕਰਦੇ ਹੈਗੇ ਜਿਹੜੇ ਆਪ ਕੁਛ ਨਹੀਂ ਕਰਦੇ ਹੈ। ਇਹ ਉਹੀ ਬੰਦੇ ਗੱਲਾਂ ਕਰਦੇ ਹੈ ਜਿਨ੍ਹਾਂ ਕੋਲ ਆਪ ਕੋਈ ਕੁਛ ਕਰਨ ਨੂੰ ਨਹੀਂ ਹੈ, ਜਿਹੜੇ ਸਿਰਫ ਨੈਗੇਟਿਵ ਦੇਖਦੇ ਹੈਗੇ। ਮੈਨੂੰ ਯਾਦ ਹੈਗਾ, ਮੈਂ ਸ਼ਾਇਦ ਅੱਗੇ ਵੀ ਸੀ ਗੱਲ ਤੋਂ ਨਾ ਕੀਤੀ, ਮੈਂ ਦੁਬਾਰਾ ਫਿਰ ਸਾਂਝੀ ਕਰਨੀ ਚਾਹੁੰਦਾ। ਸੈਚਰਡੇ ਨੂੰ ਜਦੋਂ ਮੈਂ ਲਿਟਰ ਪਿਕਿੰਗ ਕਰਦਾ ਹੈਗਾ ਅਤੇ ਇੱਕ ਯਾਨੀ ਕਿ ਬੰਦਾ ਹੈ, ਉਹਨੇ ਮੈਨੂੰ ਪਛਾਣ ਲਿਆ। ਮੈਨੂੰ ਕਹਿੰਦਾ ਡਾਕਟਰ ਸਾਹਿਬ ਤੁਸੀਂ ਆਹ ਕੀ ਕਰ ਰਹੇ ਆ? ਵੀ ਆਹ ਲਿਟਰ ਪਿਕਿੰਗ ਕਰ ਰਹੇ ਤੁਸੀਂ? ਮੈਂ ਕਿਹਾ ਹਾਂ ਮੈਂ ਐਵਰੀ ਸੈਚਰਡੇ ਲਿਟਰ ਪਿਕਿੰਗ ਕਰਦਾ। ਅਤੇ ਮੈਂ ਕਿਹਾ ਤੁਸੀਂ ਵੀ ਆ ਜਾਓ, ਅਸੀਂ ਇੱਥੇ ਜਿਹੜਾ ਹੈਗਾ 10 ਤੋਂ ਲੈ ਕੇ 11 ਵਜੇ ਤੱਕ ਕਰਦੇ ਹਾਂ, ਅਤੇ ਹੁਣ ਅਸੀਂ 9 ਤੋਂ 10 ਕਰਦੇ ਹੈਗੇ ਹਾਂ। ਅਤੇ ਮੇਰੇ ਨਾਲ ਮੇਰਾ ਇੱਕ ਦੋਸਤ ਵੀ ਸੀਗਾ, ਅਤੇ ਉਹ ਯਾਨੀ ਕਿ ਕਹਿੰਦਾ ਹੈ ਤੁਸੀਂ ਯਾਨੀ ਡਾਕਟਰ ਸਾਹਿਬ ਤੁਸੀਂ ਇਹ, ਮੈਂ ਕਹਿੰਦਾ ਵੀ ਵਟਸ ਰੋਂਗ ਵਿਦ ਦੈਟ। ਮੈਂ ਫਿਰ ਉਹਨੂੰ ਕਿਹਾ, ਜਿਹੜਾ ਕਿ ਉਹਨੂੰ ਸ਼ਾਇਦ ਚੰਗਾ ਨਹੀਂ ਲੱਗਾ, ਮੈਂ ਕਹਿੰਦਾ ਵੀ ਸੈਚਰਡੇ ਨੂੰ ਤਾਂ ਮੈਂ ਇਹ ਜਿਹੜੀਆਂ ਮੇਰੇ ਘਰ ਦੇ ਨਾਲ ਲਾਗੇ ਛਾਗੇ ਜਿਹੜੀਆਂ ਸਟਰੀਟਸ ਹੈਗੀਆਂ ਉਹਨਾਂ ਨੂੰ ਸਾਫ਼ ਕਰਦਾ, ਅਤੇ ਜਿਹੜੇ ਮੇਰੇ ਪ੍ਰੋਗਰਾਮ ਹੁੰਦੇ ਹੈਗੇ ਆ, ਚਾਹੇ ਉਹ ਫਰਾਈਡੇ ਨੂੰ ਪ੍ਰੋਗਰਾਮ ਹੁੰਦਾ ਯਾਨੀ ਕਿ ਜਾਂ ਟਿਊਜ਼ਡੇ ਨੂੰ ਪ੍ਰੋਗਰਾਮ ਹੁੰਦਾ, ਉਦੋਂ ਮੈਂ ਕਿਹਾ ਲੋਕਾਂ ਦੇ ਦਿਮਾਗ ਸਾਫ਼ ਕਰਨ ਦੀ ਮੈਂ ਕੋਸ਼ਿਸ਼ ਕਰਦਾ। ਸੋ ਮੈਂ ਯਾਨੀ ਕਿ ਤੁਹਾਨੂੰ ਇਹ ਗੱਲ ਤਾਂ ਸਾਂਝੀ ਕੀਤੀ। ਮੁੜ ਕੇ ਉਹ ਬੰਦਾ ਯਾਨੀ ਕਿ ਮੈਨੂੰ ਮਿਲਿਆ ਨਹੀਂ ਹੈਗਾ, ਸ਼ਾਇਦ ਅੱਜ ਵੀ ਪ੍ਰੋਗਰਾਮ ਦੇਖਦਾ ਹੋਵੇ। ਪਰ ਮੈਂ ਇਹ ਇਨਕਰੇਜ ਕਰਨੀ ਚਾਹੁੰਦਾ, ਕਿਸੇ ਨੂੰ ਬਦਖੋਈ ਨਹੀਂ ਹੈ, ਬਈ ਟਰਾਈ ਟੂ ਡੂ ਸਮ ਜਿਹੜਾ ਹੈਗਾ ਵਲੰਟੀਅਰ ਕੰਮ। ਤੁਸੀਂ ਦੇਖੋਗੇ ਤੁਹਾਡੇ ਨਾਲ ਕਿੰਨੇ ਲੋਕ ਜਿਹੜੇ ਹੈਗੇ ਨਾਲ ਜੁੜਦੇ, ਤੁਹਾਨੂੰ ਕਿੰਨਾ ਜਿਹੜੀ ਕੰਪਲੀਮੈਂਟਸ ਵੀ ਮਿਲਦੇ ਹੈਗੇ ਆ। ਜਦੋਂ ਤੁਸੀਂ ਵਲੰਟੀਅਰ ਕੰਮ ਕਰਦੇ ਆ ਤਾਂ ਲੋਕ ਤੁਹਾਨੂੰ ਸ਼ਾਬਾਸ਼ੀ ਵੀ ਕਹਿੰਦੇ ਹੈਗੇ ਆ, ਵੈਲ ਡਨ। ਅਤੇ ਕਈ ਬੰਦੇ ਇਹ ਵੀ ਸ਼ਾਇਦ ਮਹਿਸੂਸ ਕਰਦੇ ਹੋਣ ਕਾਸ਼ ਯਾਨੀ ਕਿ ਮੈਂ ਵੀ ਇਹ ਕੰਮ ਕਰ ਸਕਦਾ। ਸਰ ਤੋਂ ਯਾਨੀ ਕਿ ਟਾਈਮ ਜਿਹੜਾ ਹੈਗਾ ਹੁਣ ਹੋਰ ਨਹੀਂ ਹੈਗਾ। ਮੈਂ ਸਮਝ ਲਿਆ ਵੀ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਲੱਗਾ, ਇਹਦੇ ਬਾਰੇ ਸਾਨੂੰ ਜ਼ਰੂਰ ਫੀਡਬੈਕ ਦਿਓ। ਤੁਸੀਂ ਜਿਹੜਾ ਹੈਗਾ ਸਾਡੇ ਸਟੂਡੀਓ ਵਿੱਚ ਟੈਲੀਫੋਨ ਕਰਕੇ ਸਾਨੂੰ ਇਹਦੀ ਫੀਡਬੈਕ ਦੇ ਸਕਦੇ ਆ।
ਜਾਂ ਇਹੋ ਜਿਹੇ ਸਾਡੇ ਜਿਹੜੇ ਜਿੰਨੇ ਪ੍ਰੋਗਰਾਮ ਆਉਂਦੇ ਹੈਗੇ ਉਹਨਾਂ ਨੂੰ ਆਪਾਂ ਹੋਰ ਕਿਸ ਤਰ੍ਹਾਂ ਵਧੀਆ ਬਣਾਇਆ ਜਾ ਸਕਦੇ, ਕੋਈ ਪੋਜ਼ਿਟਿਵ ਸੁਜੈਸ਼ਨਸ ਹੋਣ ਉਹ ਵੀ ਤੁਹਾਡੇ ਵੈਲਕਮ ਹੈਗੇ ਆ। ਜਾਂ ਤੁਹਾਡੇ ਮਨ ਵਿੱਚ ਕੋਈ ਇਹੋ ਜਿਹਾ ਟੌਪਿਕ ਹੋਵੇ ਜਿਹਦੇ ਬਾਰੇ ਤੁਸੀਂ ਚਾਹੁੰਦੇ ਲੈ ਵੀ ਉਹਦੇ ਬਾਰੇ ਜ਼ਰੂਰ ਗੱਲ ਹੋਣੀ ਚਾਹੀਦੀ ਆ, ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਆ। ਅਤੇ ਅੱਜ ਜਾਣੀ ਕਿਹੜੀ ਗੱਲ ਮੈਂ ਇਹ ਵਾਰ-ਵਾਰ ਫੇਰ ਵੀ ਤੁਹਾਨੂੰ ਕਹਿ ਰਿਹਾ ਹੈਗਾ, ਕਾਂਸ਼ੀ ਟੈਲੀਵਿਜ਼ਨ ਦੀ ਸਾਨੂੰ ਤੁਹਾਡੇ ਪੈਸੇ ਦੀ ਲੋੜ ਹੈਗੀ, ਸਾਡੀ ਜ਼ਰੂਰ ਮਦਦ ਕਰੋ ਤਾਂ ਕਿ ਆਪਾਂ ਇਸ ਪ੍ਰੋਗਰਾਮ ਨੂੰ ਚੱਲਦੇ ਰੱਖ ਸਕੀਏ। ਅਗਲੇ ਹਫ਼ਤੇ ਮੈਂ ਫਿਰ ਤੁਹਾਡੇ ਨਾਲ ਹਾਜ਼ਰ ਹੋਊਂਗਾ। ਇੱਥੇ ਮੈਨੂੰ ਇਜਾਜ਼ਤ ਦਿਓ। ਹੈਵ ਅ ਗੁੱਡ ਡੇ, ਬੈਸਟ ਵਿਸ਼ੇਸ।